ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪਹਿ ਆਪ ਵਿਚਾਰ। ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪਹਿ ਆਪ ਵਿਚਾਰ। ਦਰਸ਼ਨ ਹਰ ਦੇਖਣ ਕੈ ਤਾਈਂ, ਕਿਰਪਾ ਕਰੈ ਤਾਂ ਸਤਿਗੁਰ ਮਿਲੈ। ਹਰ ਹਰ ਨਾਮ ਧਿਆਏ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਵ ਕਲਾ ਭਰਪੂਰ ਸਮਰੱਥ ਗੁਰੂ। ਲੋਕ ਪਰਲੋਕ ਦੇ ਰੱਖਿਅਕ ਭਗਤ ਵਸ਼ਲ, ਗਿਆਨ ਦਾ ਸਾਗਰ ਦਸਾਂ ਪਾਤਸ਼ਾਹਾਂ ਦੀ ਜੋਤ, ਭਗਤਾਂ ਪਿਆਰਿਆਂ ਦੀ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ। ਹਜ਼ੂਰੀ ਦੇ ਵਿੱਚ ਸਤ ਸੰਗਤ ਜੀ ਗੁਰੂ ਸ਼ਬਦ ਦੇ ਨਾਲ, ਗੁਰੂ ਚਰਨਾਂ ਦੇ ਨਾਲ ਜੁੜ ਬੈਠੀ ਦੇਸ਼ ਪ੍ਰਦੇਸ਼ ਸਰਵਨਕਾਰੀ ਸਤ ਸੰਗਤ ਜੀ, ਗੁਰੂ ਦੀ ਕਿਰਪਾ ਹੋਈ ਹੈ। ਧੰਨਤਾ ਦੇ ਯੋਗ ਸਭ ਵਡਭਾਗੇ ਹਾਂ, ਜਿਨ੍ਹਾਂ ਤੇ ਮਿਹਰ ਕਰਕੇ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕਰਕੇ ਸਾਨੂੰ ਸਵਾਸ ਜੀਵਨ ਸਮਾਂ ਬਖਸ਼ਿਸ਼ ਕੀਤਾ। ਔਰ ਇਸ ਸਮੇਂ ਨੂੰ ਅਸੀਂ ਸਫਲ ਕਰੀਏ। ਗੁਰੂ ਦੀ ਕਿਰਪਾ ਦੇ ਮੁਤਾਬਕ ਸਤਿਗੁਰੂ ਜੀ ਦੀ ਮਿਹਰ ਹੋਈ ਹੈ। ਅੱਜ ਵਿਸ਼ੇਸ਼ ਦਿਹਾੜਾ, ਵਿਸ਼ੇਸ਼ ਦਿਨ ਹੈ, ਗੁਰੂ ਲਾਧੋ ਰੇ ਦਿਵਸ, ਜਿਹਦੇ ਬਾਰੇ ਆਪ ਜੀ ਦੇ ਨਾਲ ਬੇਨਤੀ ਕੱਲ੍ਹ ਵੀ ਕੀਤੀ ਸੀ। ਅੱਜ ਦਾ ਦਿਨ ਬਹੁਤ ਹੀ ਪਿਆਰੇ ਪੂਰਨ ਗੁਰਸਿੱਖ ਗੁਰੂ ਦੇ ਪਿਆਰੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੰਗਤ ਵਿੱਚ ਪ੍ਰਗਟ ਹੋਣਾ। ਔਰ ਕਾਲ ਪੁਰਖ ਨੇ ਬਾਬਾ ਮੱਖਣ ਸ਼ਾਹ ਤੋਂ ਇਹ ਸੇਵਾ ਲੈਣੀ। ਸੋ ਅੱਜ ਦੇ ਦਿਵਸ ਨੂੰ ਬੜੀ ਹੀ ਪਵਿੱਤਰ ਧਰਤੀ ਬਾਬਾ ਬਕਾਲਾ ਸਾਹਿਬ ਜੀ ਦੀ, ਉਸ ਧਰਤੀ ਦੇ ਉੱਪਰ ਔਰ ਦੇਸ਼ ਪ੍ਰਦੇਸ਼ ਬਾਬਾ ਮੱਖਣ ਸ਼ਾਹ ਦੀ ਯਾਦ, ਗੁਰੂ ਤੇਗ ਬਹਾਦਰ ਦੀ ਯਾਦ ਅੱਜ ਦੇ ਦਿਨ ਮਨਾਈ ਜਾਂਦੀ ਹੈ, ਪੂਰਨਮਾਸ਼ੀ ਵਾਲੇ ਦਿਨ। ਸੋ ਗੁਰੂ ਕਿਰਪਾ ਕਰਿਆਓ।
ਨਾਲ ਨਾਲ ਅਸੀਂ ਸ਼ਬਦ ਦੀ ਵਿਚਾਰ ਕਰਨੀ ਹੈ ਔਰ ਨਾਲ ਹੀ ਬਖਸ਼ਿਸ਼ਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ, ਬਾਬਾ ਮੱਖਣ ਸ਼ਾਹ ਜੀ ਦੀਆਂ, ਉਹਨਾਂ ਨੂੰ ਯਾਦ ਕਰਕੇ ਅਸੀਂ ਪ੍ਰਾਪਤ ਕਰਨੀ ਹੈ। ਸੋ ਅੱਜ ਦੇ ਵਿਸ਼ੇਸ਼ ਦਿਨ ਦੀ, ਗੁਰੂ ਲਾਧੋਰੇ ਦਿਵਸ ਦੀ ਦੇਸ਼ ਪ੍ਰਦੇਸ਼ ਸਰਵਣ ਕਰ ਰਹੀਆਂ ਸੰਗਤਾਂ, ਗੁਰੂ ਦੀ ਗੋਦ ਵਿੱਚ ਬੈਠੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਲਾਧੋ ਦਾ ਮਤਲਬ ਕੀ ਹੈ? ਲੱਭਣਾ, ਲੱਜਣਾ, ਪ੍ਰਾਪਤ ਕਰਨਾ, ਮਿਲਣਾ, ਦੇਖਣਾ, ਦੇਖ ਕੇ ਪ੍ਰਸੰਨਤਾ ਹਾਸਲ ਕਰਨਾ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਅਕਸਰ ਤੁਸੀਂ ਸਰਵਣ ਕਰਦੇ ਹੋ, ਗੁਰੂ ਦਾ ਪੂਰਾ ਹੋਣਾ ਬਹੁਤ ਜ਼ਰੂਰੀ ਹੈ, ਜਿਸ ਨੂੰ ਅਸੀਂ ਰੋਜ਼ ਪੜ੍ਹਦੇ ਹਾਂ। ਗੁਰ ਪੂਰਾ ਜਿਨ ਸਿਮਰਿਆ ਸਈ ਭਏ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ। ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰਨ ਸਤਿਗੁਰ, ਪੂਰਨ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੀ ਸਾਨੂੰ ਮਿਲ ਚੁੱਕੀ ਹੈ, ਜਿਨ੍ਹਾਂ ਦੇ ਅਸੀਂ ਦਰਸ਼ਨ ਕਰ ਰਹੇ ਹਾਂ। ਕੋਈ ਜ਼ਮਾਨਾ ਸੀ, ਸਮਾਂ ਸੀ, ਲੋਕ ਗੁਰੂ ਨੂੰ ਪ੍ਰਾਪਤ ਕਰਨ ਦੇ, ਲੱਭਣ ਦੇ ਲਈ ਜਾਂਦੇ ਹੁੰਦੇ ਸਨ। ਦੱਸ ਪਾਈ ਜਾਂਦੀ ਸੀ ਗੁਰੂ ਧਾਰਨ ਕਰਨ ਦੀ। ਜਿੰਨੇ ਸਾਡੇ ਭਗਤ ਹੋਏ ਹਨ, ਉਹਨਾਂ ਨੇ ਗੁਰੂ ਨੂੰ ਧਾਰਨ ਕੀਤਾ, ਪੂਰਨ ਗੁਰੂ ਦੀ ਭਾਲ ਕੀਤੀ। ਤੇ ਜੋ ਗੁਰੂ ਦੀ ਭਾਲ ਕਰਦਾ, ਹੋ ਸਕਦਾ ਜੇ 10 ਜਣੇ ਜਾਂ 10 ਬੰਦੇ ਗੁਰੂ ਦੀ ਭਾਲ ਕਰਨ ਜਾਣ, ਇਹ ਜ਼ਰੂਰੀ ਨਹੀਂ 10 ਨੂੰ ਪੂਰਾ ਗੁਰੂ ਮਿਲੇਗਾ। ਜ਼ਰੂਰੀ ਨਹੀਂ 10 ਨੂੰ ਹੀ ਪੂਰਾ ਗੁਰੂ ਮਿਲੇਗਾ। ਹੋ ਸਕਦਾ 5 ਨੂੰ ਪੂਰਾ ਮਿਲ ਜਾਏ ਤੇ 5 ਨੂੰ ਅਧੂਰਾ ਮਿਲ ਜਾਏ। ਇਸ ਕਰਕੇ ਜਿਨ੍ਹਾਂ ਨੂੰ ਪੂਰਾ ਮਿਲ ਗਿਆ ਉਹ ਤੇ ਤਰ ਗਏ, ਜਿਨ੍ਹਾਂ ਨੂੰ ਅਧੂਰਾ ਮਿਲੇਗਾ ਉਹਦਾ ਬੇੜਾ ਜਿਹੜਾ ਹੈ ਉਹ ਪਾਰ ਨਹੀਂ ਹੋਏਗਾ, ਜਾਂ ਇੰਝ ਕਹਿ ਲਈਏ ਡੁੱਬ ਜਾਏਗਾ। ਇਸ ਕਰਕੇ ਪੂਰੇ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ। ਪੂਰੇ ਗੁਰੂ ਤੋਂ ਬਿਨਾ, ਬਾਣੀ ਦੇ ਵਿੱਚ ਲਿਖਿਆ ਹੈ ਕਿ ਮੁਕਤੀ ਨਹੀਂ ਹੁੰਦੀ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਤੱਕ ਪ੍ਰਗਟ ਨਹੀਂ ਹੋਏ ਸੀ, ਅਧੂਰਿਆਂ ਦੀ ਭੀੜ ਪੈ ਗਈ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਇਸ ਚੋਲੇ ਨੂੰ ਛੱਡਣ ਤੋਂ ਬਾਅਦ, ਸਰੀਰ ਰੂਪੀ ਚੋਲੇ ਨੂੰ ਛੱਡਣ ਤੋਂ ਬਾਅਦ ਬਚਨ ਕਰ ਗਏ, ਗੁਰੂ ਨਾਨਕ ਦੀ ਗੁਰਗੱਦੀ ਦੇ 9ਵੇਂ ਵਾਰਸ ਬਾਬਾ ਬਕਾਲਾ। ਗੁਰੂ ਨਾਨਕ ਦੀ ਗੁਰਗੱਦੀ ਦੇ 9ਵੇਂ ਵਾਰਸ ਬਾਬੇ ਬਕਾਲੇ। ਕਿਉਂਕਿ ਜਦੋਂ ਗੁਰੂ ਨਾਨਕ ਦੀ ਗੁਰਗੱਦੀ ਦੀ ਗੱਲ ਹੁੰਦੀ ਸੀ ਤੇ ਦਾਅਵੇ ਕਰਨ ਵਾਲੇ ਬਹੁਤ ਹੁੰਦੇ ਸਨ, ਖਾਸ ਕਰਕੇ ਗੁਰੂ ਦੇ ਸ਼ਰੀਕ। ਪਰ ਇੱਥੇ ਗੁਰੂ ਨੇ ਉਹਨਾਂ ਨੂੰ ਗੁਰੂ ਨਾਨਕ ਦੀ ਗੁਰਗੱਦੀ ਦੇ ਵਾਰਸ ਬਣਾਇਆ, ਜੋ ਗੁਰੂ ਘਰ ਦੇ ਨਾਲ ਪ੍ਰੇਮ ਕਰਨ ਵਾਲੇ, ਸੇਵਾ ਕਰਨ ਵਾਲੇ, ਔਰ ਜਿਹੜੇ ਦ੍ਰਿੜਤਾ ਵਾਲੇ, ਪਰਪੱਕਤਾ ਵਾਲੇ, ਨਿਯਮ ਵਾਲੇ, ਪ੍ਰੇਮ ਵਾਲੇ, ਉੱਚੇ ਸੁੱਚੇ ਜੀਵਨ ਵਾਲੇ, ਔਰ ਪ੍ਰਭੂ ਦੇ ਨਾਲ ਇੱਕਮਿਕ ਹੋਈਆਂ ਰੂਹਾਂ, ਉਹਨਾਂ ਨੂੰ ਹੀ ਇਹ ਬਖਸ਼ਿਸ਼ ਜਿਹੜੀ ਸੀ ਇਹ ਗੁਰੂ ਮਹਾਰਾਜ ਜੀ ਦਿੰਦੇ ਸਨ। ਸੋ ਹੁਣ ਜਿਹੜਾ ਕਨਫਿਊਜ਼ਨ ਹੋ ਗਿਆ, ਭਈ ਕਲੀਅਰ ਨਹੀਂ ਹੋਇਆ ਵੀ ਬਾਬਾ ਬਕਾਲੇ, ਕਿਉਂਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਜਿਹੜਾ ਸ਼ਰੀਕਾ ਸੀ ਬਹੁਤ ਵੱਡਾ ਸੀ। ਧੀਰਮਲ ਵੀ ਉਹਨਾਂ ਦੇ ਸਨ। ਸੋ ਬਾਬਾ ਉਹਨਾਂ ਦਾ ਰਿਸ਼ਤੇਦਾਰ ਦੇ ਵਿੱਚ ਬਹੁਤ ਸਾਰਾ ਕੁਨਬਾ ਜਿਹੜਾ ਸੀ ਉਹ ਬਾਬੇ ਲੱਗਦੇ ਸਨ। ਹੁਣ ਸਾਰਿਆਂ ਨੇ ਇਹ ਦਾਅਵਾ ਕਰ ਦਿੱਤਾ ਵੀ ਸਾਨੂੰ ਹੀ ਇਸ਼ਾਰਾ ਕੀਤਾ ਹੈ।
ਸੇਵਕ ਬਣਨ ਦੇ ਲਈ ਕਾਲ ਬਹੁਤ ਘੱਟ ਹੁੰਦੀ ਹੈ। ਸੇਵਕ ਦਾਸ ਬਣਨ ਦੀ ਕਾਲ ਬਹੁਤ ਘੱਟ ਹੁੰਦੀ ਹੈ। ਮਾਲਕ ਬਣਨ ਦੀ ਕਾਲ ਜਿਹੜੀ ਹੈ ਉਹ ਜ਼ਿਆਦਾ ਪ੍ਰਬਲ ਹੁੰਦੀ ਹੈ। ਅਕਸਰ ਇਹ ਅਕਸਰ ਜਿਹੜੀ ਹੈ ਇਹ ਕਾਲ ਹੁੰਦੀ ਹੈ ਪਈ ਆਪਾਂ ਜਿਹੜੇ ਆ ਮਾਲਕ ਬਣ ਜਾਈਏ। ਮਾਲਕ, ਪਰ ਮਾਲਕ ਬਣਨਾ ਸੌਖਾ ਨਹੀਂ। ਮਾਲਕ ਦੀ ਸੇਵਾ ਕਰੇ, ਮਾਲਕ ਦੀ ਖੁਸ਼ੀ ਲਵੇ, ਮਾਲਕ ਦੀ ਪ੍ਰਸੰਨਤਾ ਹਾਸਲ ਕਰੇ ਤੇ ਮਾਲਕ ਉਸ ਨੂੰ ਮਾਲਕ ਬਣਾਏ ਤੇ ਗੱਲ। ਜੇ ਕੋਈ ਖੁਦ ਮਾਲਕ ਬਣਨਾ ਚਾਹੇ ਤੇ ਉਹਨੂੰ ਪ੍ਰਸੰਨਤਾ ਨਹੀਂ ਮਿਲ ਸਕਦੀ। ਇਸ ਲਈ ਗੁਰੂ ਮਹਾਰਾਜ ਜੀ ਮਿਹਰ ਕਰਨ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਜਿਵੇਂ ਮੈਂ ਬੇਨਤੀ ਕੀਤੀ ਹੈ, ਬਾਬਾ ਮੱਖਣ ਸ਼ਾਹ ਲੁਬਾਣਾ ਜੀ, ਬਾਬਾ ਮੱਖਣ ਸ਼ਾਹ ਲੁਬਾਣਾ ਜੀ, ਜਿਨ੍ਹਾਂ ਦਾ ਨਾਮ ਜਦੋਂ ਇਤਿਹਾਸ ਵਿੱਚ ਆਉਂਦਾ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹ ਸਾਹਮਣੇ ਸਾਡੇ ਆ ਜਾਂਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਡੇ ਸਾਹਮਣੇ ਆ ਜਾਂਦੇ ਹਨ ਔਰ ਸਾਡੇ ਤੇ ਬਖਸ਼ਿਸ਼ ਜਿਹੜੀ ਹੈ ਉਹ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਤੇਗ ਬਹਾਦਰ ਸਿਮਰੀਏ ਘਰ ਨਾਉਨ ਦੇ ਆਵੇ ਧਾਏ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਯਾਦ ਕਰਨਾ ਗੁਰੂ ਦੀ ਬਖਸ਼ਿਸ਼ ਹੈ ਬਸ। ਸੋ ਇਹਨਾਂ ਦਾ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦਾ ਸੰਬੰਧ ਜਿਹੜਾ ਹੈ ਇਹ ਗੁਰੂ ਘਰ ਦੇ ਨਾਲ ਬਹੁਤ ਪੁਰਾਣਾ। ਇਤਿਹਾਸ ਵਿੱਚ ਲਿਖਿਆ ਕਿ 15 ਕੁ ਸਾਲ ਦੀ ਉਮਰ ਸੀ ਬਾਬਾ ਮੱਖਣ ਸ਼ਾਹ ਜੀ ਦੀ ਤੇ ਆਪਣੇ ਪਿਤਾ ਨਾਇਕ ਦਾਸ ਸ਼ਾਹ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਗਏ ਸੀ ਬਚਪਨ ਦੇ ਵਿੱਚ। ਬਚਪਨ ਦੇ ਵਿੱਚ ਨਾਇਕ ਦਾਸ ਸ਼ਾਹ ਸੀ ਬਾਬਾ ਮੱਖਣ ਸ਼ਾਹ ਲੁਬਾਣੀ ਦਾ ਪਿਤਾ। ਇਹਨਾਂ ਦੇ ਨਾਲ ਇਹ ਦਰਸ਼ਨ ਕਰਨ ਗਏ ਸੀ ਧੰਨ ਧੰਨ ਪੰਜਵੇਂ ਨਾਨਕ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ। ਤੇ ਪਰਿਵਾਰ ਜਿਹੜੇ ਸੀ ਬਹੁਤ ਚਿਰ ਤੋਂ ਜਿਹੜੇ ਸੀ ਉਹ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ ਔਰ ਇਹਨਾਂ ਦਾ ਪਰਿਵਾਰ ਗੁਰੂ ਘਰ ਦਾ ਬਹੁਤ ਵੱਡਾ ਸੇਵਾਦਾਰ ਸੀ। ਵੱਡੇ ਦਾ ਮਤਲਬ ਵੀ ਦਿਲੋਂ ਕਰਨ ਵਾਲੇ, ਸ਼ਰਧਾ ਦੇ ਨਾਲ ਕਰਨ ਵਾਲੇ। ਬਾਬਾ ਮੱਖਣ ਸ਼ਾਹ ਦੇ 3 ਪੁੱਤਰ ਲਾਲ ਸਿੰਘ, ਕੁਸ਼ਾਲ ਸਿੰਘ ਤੇ ਖੁਸ਼ਹਾਲ ਸਿੰਘ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫੌਜ ਦੇ ਵਿੱਚ ਸ਼ਾਮਲ ਵੀ ਹੋਏ ਤੇ ਇਹਨਾਂ ਨੇ ਲੜਾਈ ਦੇ ਵਿੱਚ ਪੂਰਾ ਜਿਹੜਾ ਸੀ ਸਾਥ ਦਿੱਤਾ ਸੀ। ਜਿੰਨਾ ਖਾਨਦਾਨ ਸੀ ਬਾਬਾ ਮੱਖਣ ਸ਼ਾਹ ਜੀ ਦਾ ਇਹ ਪੂਰਾ ਗੁਰੂ ਘਰ ਦੇ ਨਾਲ ਸਦਾ ਹੀ ਜੁੜਿਆ ਰਿਹਾ, ਸਦਾ ਹੀ ਜੁੜਿਆ ਰਿਹਾ। ਬਾਬਾ ਮੱਖਣ ਸ਼ਾਹ ਨੂੰ ਆਮ ਕਰਕੇ ਅਸੀਂ ਸੁਣਦੇ ਹਾਂ ਉਹ ਬਹੁਤ ਵੱਡੇ ਵਪਾਰੀ ਸੀ ਔਰ ਅਸੀਂ ਉਹਨਾਂ ਨੂੰ ਬਾਬਾ ਮੱਖਣ ਸ਼ਾਹ ਪਿੱਛੇ ਲੱਗਦਾ ਹੈ ਲੁਬਾਣਾ, ਇਸ ਨਾਮ ਦੇ ਨਾਲ ਉਹਨਾਂ ਨੂੰ ਅਕਸਰ ਯਾਦ ਕਰਦੇ ਹਾਂ। ਸੋ ਲੁਬਾਣਾ ਜਿਹੜਾ ਸ਼ਬਦ ਹੈ ਇਸ ਨੂੰ ਲੁਬਾਣਾ, ਲੋਬਾਣਾ, ਲਵਾਣਾ, ਲੋਹਾਣਾ ਇਹਨਾਂ ਨਾਵਾਂ ਦੇ ਨਾਲ ਬੁਲਾਇਆ ਜਾਂਦਾ ਹੈ। ਔਰ ਇਹਦਾ ਅਰਥ ਕੀ ਹੈ? ਕਿਉਂਕਿ ਅਸੀਂ ਬਾਬਾ ਮੱਖਣ ਸ਼ਾਹ ਜੀ ਦੀ ਸਿਫਤ ਸਲਾਹ ਕਰ ਰਹੇ ਹਾਂ, ਇਸ ਕਰਕੇ ਉਹਨਾਂ ਦੇ ਨਾਲ ਜਿਹੜਾ ਲੁਬਾਣਾ ਸ਼ਬਦ ਜੁੜਿਆ ਉਹਦੇ ਬਾਰੇ ਵੀ ਅਸੀਂ ਵਿਚਾਰ ਕਰ ਲੈਂਦੇ ਹਾਂ। ਲਵਾਣਾ ਸ਼ਬਦ 2 ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ਲਵਣ, ਲੂਣ ਅਤੇ ਵਣਜ। ਲੋਬਾਣਾ ਵਣਜ ਮਤਲਬ ਲੂਣ ਦਾ, ਵਣਜ ਜਾਂ ਵਪਾਰ, ਵਪਾਰੀ ਲੋਕ। ਜੇ ਅਸੀਂ ਲੋਕ ਆਪਣਾ ਪਿਛੋਕੜ ਦੇਖੀਏ ਤੇ ਵਪਾਰ ਦੇ ਨਾਲ ਸੰਬੰਧਿਤ ਹੈ। ਲੂਣ ਦਾ ਵਣਜ ਅਰਥ ਵਪਾਰ, ਢੋਆ ਢੁਆਈ ਦਾ ਕੰਮ, ਮਾਲ ਇੱਕ ਥਾਂ ਤੋਂ ਦੂਜੇ ਥਾਂ ਲੈ ਕੇ ਜਾਣਾ, ਲਿਆਉਣਾ, ਅੱਗੇ ਸਪਲਾਈ ਕਰਨਾ। ਇਹ ਜਿਹੜਾ ਉਸ ਸਮੇਂ ਕੰਮ ਸੀ, ਹੌਲੀ ਹੌਲੀ ਜਿਹੜਾ ਇਹ ਕੰਮ ਹੈ ਇਹ ਫਿਰ ਥੋੜਾ ਬਦਲਦਾ ਗਿਆ, ਇਹ ਕਿਰਸਾਨੀ ਦੇ ਵਿੱਚ ਆ ਗਿਆ। ਹੌਲੀ ਹੌਲੀ
ਜਿਹੜਾ ਵਪਾਰ ਸੀ ਜ਼ਿਆਦਾ ਕਿਸਾਨੀ ਵਿੱਚ ਆ ਗਿਆ, ਲੋਕ ਜ਼ਮੀਨਾਂ ਖਰੀਦਣ ਲੱਗ ਪਏ ਔਰ ਕਿਸਾਨ ਬਣ ਗਏ। ਸੋ ਇੱਕ ਹੋਰ ਅਰਥ ਇਹਦਾ ਮਿਲਦਾ ਹੈ, ਲੋਹ ਅਤੇ ਬਾਣਾ। ਲੋਹ ਅਤੇ ਬਾਣਾ ਭਾਵ ਇੱਕ ਫੌਜੀ ਵਰਦੀ ਪਹਿਨਣ ਵਾਲਾ ਜਾਂ ਇੱਕ ਬੜਾ ਪਿਆਰਾ ਡਰੈਸ। ਲੋਹ ਅਤੇ ਬਾਣੇ ਦੇ ਮੇਲ ਤੋਂ ਬਣਿਆ ਸ਼ਬਦ ਵੀ ਲੁਬਾਣਾ, ਜਿਹੜਾ ਇਤਿਹਾਸ ਦੇ ਵਿੱਚ ਇਹ ਜਿਹੜਾ ਸਾਨੂੰ ਦੱਸਿਆ ਜਾਂਦਾ ਹੈ। ਔਰ ਗੁਰਮਤਿ ਦੇ ਵਿੱਚ, ਗੁਰਮਤਿ ਦੇ ਅਨੁਸਾਰ, ਸੋ ਜੋ ਇਹ ਵਪਾਰੀ ਵਰਗ ਸੀ, ਇਹਨਾਂ ਨੇ ਗੁਰੂ ਘਰ ਦੀ ਬਹੁਤ ਸੇਵਾ ਕੀਤੀ, ਬਹੁਤ ਜ਼ਿਆਦਾ। ਔਰ ਹੁਣ ਵੀ ਦੇਸ਼ ਪ੍ਰਦੇਸ਼ ਵਿੱਚ ਜਿਹੜੀਆਂ ਸੰਗਤਾਂ ਰਹਿੰਦੀਆਂ ਹਨ ਉਹ ਬਹੁਤ ਜ਼ਿਆਦਾ, ਤੁਸੀਂ ਦੇਖਣਾ ਲੁਬਾਣਾ ਕੌਮ ਬੈਠੇ ਹੀ ਹਾਂ ਅਸੀਂ ਸਾਰੇ, ਵੀ ਸੇਵਾ ਦੇ ਵਿੱਚ ਨੰਬਰ 1 ਤੇ ਹੈ। ਸੇਵਾ ਦੇ ਵਿੱਚ ਪਿੱਛੋਂ ਨਹੀਂ ਹਟਦੇ, ਕਿਉਂਕਿ ਇਹ ਕਿਰਪਾ ਕੀਤੀ ਸੀ ਬਾਬਾ ਮੱਖਣ ਸ਼ਾਹ ਜੀ। ਬਹੁਤ ਸੇਵਾ ਕਰਦੇ ਸਨ, ਦਸਵੰਧ ਦਿੰਦੇ ਸਨ ਗੁਰੂ ਘਰ ਦੇ ਵਿੱਚ ਸ਼ੁਰੂ ਤੋਂ, ਸਾਰਾ ਪਰਿਵਾਰ। ਸੋ ਸੇਵਾ ਸ਼ੁਰੂ ਤੋਂ ਹੀ ਮਿਲੀ ਹੋਈ ਹੈ। ਸੋ ਮੈਂ ਬੇਨਤੀ ਕਰ ਰਿਹਾ ਸੀ, ਬਾਬਾ ਮੱਖਣ ਸ਼ਾਹ ਲੁਬਾਣਾ, ਲੁਬਾਣਾ ਸ਼ਬਦ ਦੀ ਲੁਬਾਣਾ ਸਿੱਖ, ਇਹਦੀ ਰਮਤਾ ਕਦੋਂ ਹੋਈ ਸੀ? ਗੁਰੂ ਨਾਨਕ ਤੋਂ ਹੀ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ, ਅਸੀਂ ਕਹਿੰਦੇ ਆ ਵੀ ਜਿਹੜੀ ਸਿੱਖੀ ਹੈ ਗੁਰੂ ਨਾਨਕ ਮਹਾਰਾਜ ਤੋਂ ਆਰੰਭ ਹੋਈ। ਜਦੋਂ ਆਰੰਭ ਹੋਈ ਤੇ ਨਾਲ ਹੀ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਸਿੱਖ ਹੈ, ਲੁਬਾਣਾ ਸਿੱਖ, ਇੱਕ ਭਾਈ ਮੰਨਿਆ ਗਿਆ, ਭਾਈ ਮਨਸੁਖ। ਇਹ ਗੁਰੂ ਨਾਨਕ ਮਹਾਰਾਜ ਜੀ ਦੇ ਸੰਪਰਕ ਵਿੱਚ ਆਏ ਸਨ। ਤੇ ਜਦੋਂ ਮਹਾਰਾਜ ਜੀ ਸ਼੍ਰੀਲੰਕਾ ਵਿੱਚ ਪ੍ਰਚਾਰ ਉਧਰ ਕਰਨ ਗਏ ਸੀ, ਰਾਜਾ ਸ਼ਿਵਨਾਵ ਨੂੰ ਗੁਰੂ ਨਾਨਕ ਸਾਹਿਬ ਨੇ ਫਲਸਵਾਰੇ ਬਾਰੇ ਦੱਸਿਆ ਸੀ। ਤੇ ਉੱਥੇ ਮਨਸੁਖ ਜਿਹੜਾ ਇਹਦਾ ਮੇਲ ਵੀ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਹੋਇਆ ਸੀ। ਤੇ ਇਹ ਮਨਸੁਖ ਜਿਹੜਾ ਸਿੱਖ ਸੀ, ਇਹ ਲੁਬਾਣਾ ਬਰਾਦਰੀ ਦੇ ਨਾਲ ਸੰਬੰਧਿਤ ਸੀ। ਭਾਈ ਸੌਂਦੇ ਸ਼ਾਹ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਆਉਂਦੇ ਸਨ, ਦਰਸ਼ਨ ਕਰਨ। ਇਹ ਵੀ ਸਾਧ ਸੰਗਤ ਜੀ ਲੁਬਾਣੇ ਸਿੱਖ ਸਨ ਤੇ ਬਹੁਤ ਸਾਰੀਆਂ ਚੀਜ਼ਾਂ, ਬਲਦਾਂ ਦੀਆਂ ਜੋੜੀਆਂ ਇਸ ਤਰ੍ਹਾਂ ਦੀਆਂ ਲਿਆ ਕੇ ਗੁਰੂ ਸਾਹਿਬ ਨੂੰ ਭੇਟ ਕਰਦੇ ਸਨ। ਭਾਈ ਸੌਂਦੇ ਸ਼ਾਹ ਇਹ ਵੀ ਇੱਕ ਲੁਬਾਣਾ ਸਿੱਖ ਸੀ ਗੁਰੂ ਅੰਗਦ ਦੇਵ ਜੀ ਦੇ ਟਾਈਮ। ਸੋ ਇਸੇ ਤਰ੍ਹਾਂ ਜਿਹੜੇ ਸਨ ਬਾਬਾ ਦਾਸਾ ਲੁਬਾਣਾ, ਮੱਖਣ ਸ਼ਾਹ ਲੁਬਾਣੇ ਦੇ ਪਿਤਾ ਸਨ। ਔਰ ਦੱਸਿਆ ਜਾਂਦਾ ਹੈ ਜੋ ਬਾਬਾ ਮੱਖਣ ਸ਼ਾਹ ਜੀ ਦੇ ਪਿਤਾ ਜੀ ਸਨ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦੁਆਰਾ ਨਿਯੁਕਤ ਕੀਤੇ ਮਸੰਦ ਸਨ। ਮਸੰਦ ਮਤਲਬ ਸੇਵਾਦਾਰ। ਬਾਬਾ ਮੱਖਣ ਸ਼ਾਹ ਲੁਬਾਣੇ ਦੇ ਪਿਤਾ ਜਿਹੜੇ ਸੀ, ਗੁਰੂ ਰਾਮਦਾਸ ਮਹਾਰਾਜ ਜੀ ਦੇ ਜਿਹੜੇ ਲੰਗਰ ਚੱਲਦੇ ਸਨ ਜਾਂ ਹੋਰ ਵੀ ਸੇਵਾਵਾਂ ਚੱਲਦੀਆਂ ਸਨ, ਉਹਨਾਂ ਦੇ ਵਿੱਚ ਮਸੰਦ ਦੀ ਨਿਯੁਕਤੀ ਸੀ, ਸੇਵਾਦਾਰ ਸਨ। ਸੋ ਇਹਨਾਂ ਦਾ ਅੱਗੇ ਖਾਨਦਾਨ ਵਧਦਾ ਗਿਆ। ਬਾਬਾ ਹਸਨ ਲੁਬਾਣਾ ਇਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਲੰਗਰਾਂ ਦੇ ਵਿੱਚ ਰਸਦ ਦੀ ਸੇਵਾ ਕਰਦੇ ਸਨ। ਤੇ ਇਸੇ ਤਰ੍ਹਾਂ ਭਾਈ ਬੱਲੂ, ਭਾਈ ਨਤੀਆ, ਭਾਈ ਦੋਸਾ, ਭਾਈ ਸੁਹੇਲਾ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਫੌਜ ਦੇ ਵਿੱਚ ਭਾਈ ਕੁਰਮ ਸਿੰਘ ਜੀ ਲੁਬਾਣਾ, ਇਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਫੌਜ ਦੇ ਵਿੱਚ ਵੀ ਸ਼ਾਮਲ ਸਨ, ਸਿੱਖ ਸੀ। ਔਰ ਭਾਈ ਕੁਰਮ ਜੀ ਲੁਬਾਣਾ ਜਿਹੜਾ ਇਹ ਗੁਰੂ ਹਰਰਾਏ ਸਾਹਿਬ ਜੀ ਦੇ ਸਮੇਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਸੀ। ਤੇ ਆਪ ਜੀ ਨੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦਾ ਜੀ ਉਹਨਾਂ ਦੇ ਪੁੱਤਰਾਂ ਬਾਰੇ ਪਤਾ ਸਾਨੂੰ ਇਤਿਹਾਸ ਵਿੱਚੋਂ ਇਹ ਲੱਗਦਾ ਹੈ ਵੀ ਸਰਦਾਰ ਲਾਲ ਸਿੰਘ ਜੀ, ਕੁਸ਼ਾਲ ਸਿੰਘ ਜੀ ਤੇ ਖੁਸ਼ਹਾਲ ਸਿੰਘ ਜੀ, ਇਹ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫੌਜ ਦੇ ਵਿੱਚ ਸ਼ਾਮਲ ਹੋ ਕੇ ਇਹਨਾਂ ਨੇ ਬਹੁਤ ਜ਼ਿਆਦੀਆਂ ਸੇਵਾਵਾਂ ਦਿੱਤੀਆਂ। ਜੰਗਾਂ ਦੇ ਵਿੱਚ ਇਹਨਾਂ ਨੇ ਵੀ ਪੂਰੀਆਂ ਸੇਵਾਵਾਂ ਦਿੱਤੀਆਂ ਔਰ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਤੇ ਫਿਰ ਅਸੀਂ ਖਾਸ ਕਰਕੇ ਭਾਈ ਲੱਖੀ ਸ਼ਾਹ ਵਣਜਾਰਾ, ਉਹਨਾਂ ਦਾ ਵੀ ਇਤਿਹਾਸ ਵਿੱਚ ਨਾਂ ਆਉਂਦਾ। ਸੋ ਤੁਸੀਂ ਗੁਰੂ ਨਾਨਕ ਮਹਾਰਾਜ ਜੀ ਦੇਵ ਤੋਂ ਲੈ ਕੇ ਸੋ 10ਵੇਂ ਪਾਤਸ਼ਾਹ ਤੱਕ ਸਰਵਣ ਕਰ ਲਿਆ ਵੀ ਇਹ ਸੰਬੰਧ ਜਿਹੜਾ ਬਹੁਤ ਪਿੱਛੋਂ, ਬਹੁਤ ਦੂਰ ਤੋਂ ਆਰੰਭ ਹੋ ਚੁੱਕਾ ਸੀ।
और एक नाडू शाह लुबाणा भी लिखा है, भी गुरु नानक महाराज जी की खालसा फौज की सेवा दे विच बहुत कहते मशहूर है। कुशल सिंह, जवाहर सिंह, हेम सिंह। ध्यान देना, इतिहास दे विच कई चीज़ां सानू पता नहीं लगदियां, सो वो कौमां नूं माण हुंदा है। चमकौर की लड़ाई दे विच लुबाणे सिंह भी शहीद होए सन, लिखिया पिया। चमकौर की जिहड़ी जंग सी उहदे विच इंज लिखिया हो सकता है, क्योंकि सत्संग जो इतिहास पढ़िया जाता है, इतिहास दे विच जदों कोई सुणाउंदा है किसी का लिखिया, उहदे विच कोई ना कुछ फर्क थोड़ा बहुता जरूर हुंदा। ते असीं किसी बहस विच नहीं पैना, उत्थे कित्थे लिखिया, वो कित्थे लिखिया, कित्थे लिखिया। असीं इहदे विचों भावर्थ प्राप्त करना है, इहदे विचों सिੱਖਿਆ की मिलती है। सो लिखण दे विच इह भी है लिखिया होया भी कुशल सिंह, जवाहर सिंह ते हेम सिंह, ये भी लुबाणे सिपाही सन जो चमकौर की जंग दे विच इन्हां ने भी साथ दिता सी। इस करके सानू पता होना चाहिए, फिर मान हुंदा है इतिहास ते, अपनी कौम ते, अपने सूरबीरां ते, अपने योद्धियां ते सानू बड़ी खुशी हुंदी है और बड़ी प्रसन्नता हुंदी है भी साडे बजुर्ग, साडे पूर्वज गुरु नानक देव महाराज जी तो लैके इन्नियां सेवावां करते रहे, ते सानू भी सिੱਖਿਆ मिलती है असीं भी सेवा करिए। सानू भी सिੱਖਿਆ मिलती है असीं भी सेवा करिए। और इत्थों तक भी लिखिया कि बंदा बहादुर जिहड़ा सी ना, बंदा बहादुर, एक वारी उन्होंने आर्थिक तौर पर बहुत कमी आ गई, पैसे टके। जिवें तुसीं पहलां सरवण कीता भी व्यापारी लोग हुंदे सन, पैसा महाराज की कृपा दे नाल बहुत हुंदा सी, बहुत हुंदा सी। और पंथ प्रकाश दे विच लिखिया बाबा बंदा सिंह बहादुर नूं जदों पैसिਆਂ ਦੀ थोड़ आई ते इसने फिर लुबाणे सिंघां दे एक टांडे ने इन्हां दी मदद कीती। पंथ प्रकाश विच कहंदे ये पंक्तियां भी लिखियां ने बाबे बंदा सिंह बहादुर दी, लुबाणे सिंघां ने किदां मदद की। कहंदे नहीं खर्च अब हमरे पास, पंथ प्रकाश दियां ये पंक्तियां ने, नहीं खर्च अब हमरे पास आवे खर्च, जो करी अरदास आए लुबाणे लग गई लार, दयो दसवंध उन कई हजार, दयो दसवंध उन कई हजार, 100 बंदे आए अगे धरियो, करे अरदास बंदे हेठ फरियो। सो बाबा बंदा सिंह बहादुर जी की भी बहुत ज़्यादा हैल्प पैसों के नाल व्यापारी इन्हां सिंघां लुबाणियां ने कीती है। ये भी इतिहास दे विच लिखिया होया। ते जदों सिख मिसल राज समय मिसलां जदों आईयां उस समय दे विच, क्योंकि इतिहास बहुत वड्डा, साडे कोल समा इन्ना नहीं, उस समय भी लिखिया गया भी लुबाणे सिंघां दियां मिसलदारां दियां भूमिकावां भी बहुत अच्छियां निभाइयां। उन्होंने भंगी, रामगढ़िया ते आलू वालिया ये जिहड़ियां मिसलां हुईयां ने, इन्हां दे विच बाखूबी सेवा निभाइयां अपनियां। ते महाराजा रणजीत सिंह जी की फौज दे विच भी इन्हां सिंघां ने सत्संग जी अपनी भूमिका निभाई। और होर बहुत सारे थावां ते जिथे भी जरूरत पई सेवावां निभाईयां। सो इस संखेप दे विच थोड़ी जी जानकारी। हुण असीं आओ चलदे हां बाबा मक्खन शाह लुबाणा जी वल। आम करके साखी जिहड़ा प्रसंग सारी दुनिया विच काफ़ी समय तो ये सुनाया जाता है। बाबा मक्खन शाह लुबाणा जी का जहाज जां बेड़ा जिहड़ा सी कहंदे वो फस गया जां डोलन लग गया जां डुबन लग। सो पढ़न नूं मिलदा, सुनन नूं मिलदा। कई खोजियां ने ये भी विचार दिते ने भी इस तरह नहीं होया। चलो उन्हां दे विचार भी अपने विचार ने, कोई गल नहीं, उन्हां नूं भी असीं कट्टदे नहीं। पर अक्सर इंज सानू साखी दे विच सुनाया जाता बाबा मक्खन शाह लुबाणा जी दा बेड़ा जिहड़ा सी वो फस गया, जिंज कह लीए भी लहरां दे विच उलझ गया, डुबण वाला सी।
ਤੇ ਮੈਂ ਪੜ੍ਹ ਰਿਹਾ ਸੀ, ਸਿੰਘਾਂ ਨੇ ਲਿਖਿਆ ਵੀ, ਬੜੀ ਸੂਝਵਾਨ ਸਿੰਘਾਂ ਨੇ ਲਿਖਿਆ ਵੀ ਜਿਹੜਾ ਸਿੱਖ ਹੈ, ਜਾਂ ਇੰਝ ਕਹਿ ਲਈਏ ਵੀ ਜਿਹੜੀ ਸੁਖਣਾ ਹੈ ਉਹ ਤੇ ਗੁਰਮਤਿ ਦੇ ਵਿੱਚ ਹੈ ਨਹੀਂ। ਇਹ ਗੱਲ ਠੀਕ ਹੈ। ਗੁਰੂ ਨਹੀਂ ਕਹਿੰਦਾ ਵੀ ਤੂੰ ਸੁਖਣਾ ਸੁੱਖ, ਧਿਆਨ ਦੇਣਾ, ਗੁਰੂ ਨਹੀਂ ਕਹਿੰਦਾ ਤੂੰ ਸੁਖਣਾ ਸੁੱਖ ਕੇ ਸੇਵਾ ਕਰ। ਪਰ ਜਿਹੜਾ ਸਿੱਖ ਹੈ, ਸਿੱਖ ਦੇ ਅੰਦਰ ਪਿਆਰ ਇੰਨਾ ਹੁੰਦਾ ਕਿਉਂਕਿ ਅਸੀਂ ਅਜੇ ਗੁਰੂ ਨਹੀਂ, ਅਸੀਂ ਗੁਰੂ ਵਰਗੇ ਨਹੀਂ ਬਣੇ। ਤੇ ਸਿੱਖ ਜਿਹੜਾ ਹੈ ਉਹ ਭਾਵਨਾ ਦੇ ਨਾਲ, ਭਾਵਨਾ ਦੇ ਵਿੱਚ ਬਹਿ ਕੇ, ਪ੍ਰੇਮ ਵਿੱਚ ਬਹਿ ਕੇ ਕਈ ਵਾਰ ਸੁਖਣਾ ਵੀ ਸੁੱਖ ਸਕਦਾ ਹੈ, ਸਕਦਾ। ਕਿਉਂਕਿ ਜਦੋਂ ਕਿਸੇ ਤੇ ਭੀੜ ਪੈਂਦੀ ਹੈ, ਜਦੋਂ ਕਿਸੇ ਨੂੰ ਦੁੱਖ ਲੱਗਦਾ, ਲਾਗੀ ਹੋਏ ਸੋ ਜਾਣੇ ਪੀਰ, ਧਿਆਨ ਦੇਣਾ, ਕਈ ਲੋਕ ਉੱਥੇ ਵੀ ਜਦੋਂ ਦੁਖੀ ਹੁੰਦੇ ਨੇ, ਬਿਮਾਰ ਹੁੰਦੇ ਨੇ, ਇਲਾਜ ਨਹੀਂ ਹੁੰਦਾ ਬਿਮਾਰੀ ਦਾ, ਜਿੱਥੇ ਦੱਸ ਪੈਂਦੀ ਹੈ ਉੱਥੇ ਹੀ ਚਲੇ ਜਾਂਦੇ ਨੇ। ਉਹ ਕੰਮ ਵੀ ਕਰ ਲੈਂਦੇ ਨੇ ਜਿਹੜਾ ਨਹੀਂ ਕਰਨਾ ਹੁੰਦਾ। ਧਿਆਨ ਦੇਣਾ, ਗੁਸਤਾਖੀ ਮਾਫ। ਕਿਉਂਕਿ ਜਦੋਂ ਵਿਪਤਾ ਭੀੜ ਪੈਂਦੀ ਹੈ ਫਿਰ ਬੰਦਾ ਹੱਥ ਪੈਰ ਜ਼ਰੂਰ ਮਾਰਦਾ। ਸੋ ਜੇ ਅਸੀਂ ਸਧਾਰਨ ਲੋਕ ਹਾਂ, ਅਸੀਂ ਸਾਰੇ, ਤੁਸੀਂ ਸਧਾਰਨ ਆ ਨਾ, ਤੇ ਸਾਡੇ ਤੇ ਜਦੋਂ ਕੋਈ ਵਿਪਤਾ ਪੈਂਦੀ ਹੈ ਤੇ ਅਸੀਂ ਕਈ ਵਾਰ ਮਹਾਰਾਜ ਅੱਗੇ ਅਰਦਾਸ ਵੀ ਕਰ ਦਿੰਦੇ ਹਾਂ, ਮਹਾਰਾਜ ਜੀ ਦੇਗ ਕਰਾਵਾਂਗੇ, ਰੁਮਾਲਾ ਚੜਾਵਾਂਗੇ, ਇੰਨੀ ਸੇਵਾ ਕਰਾਂਗੇ, ਅਖੰਡ ਪਾਠ ਸਾਹਿਬ ਕਰਾਵਾਂਗੇ, ਸਹਿਜ ਪਾਠ ਕਰਾਵਾਂਗੇ, ਕਿਉਂਕਿ ਅਸੀਂ ਅਜੇ ਐਡੇ ਵੱਡੇ ਨਹੀਂ ਬਣੇ, ਕਿਉਂਕਿ ਅਸੀਂ ਅਜੇ ਆਮ ਆ, ਸਾਡੇ ਮੂੰਹ ਚੋਂ ਨਿਕਲ ਜਾਂਦਾ। ਸੋ ਇਸ ਕਰਕੇ ਹੋ ਸਕਦਾ ਵੀ ਬਾਬਾ ਮੱਖਣ ਸ਼ਾਹ ਜੀ ਨੇ ਵੀ ਆਪਣੀ ਭਾਵਨਾ ਦੇ ਵਿੱਚ, ਪ੍ਰੇਮ ਦੇ ਵਿੱਚ ਇਹ ਬਚਨ ਕਹਿ ਦਿੱਤੇ ਹੋਣ ਵੀ ਸੱਚੇ ਪਾਤਸ਼ਾਹ ਮੈਂ ਤੇਰੇ ਦਰ ਤੇ ਆਵਾਂਗਾ, ਜਿਵੇਂ ਸਾਡੇ ਬਜ਼ੁਰਗ ਸੇਵਾਵਾਂ ਕਰਦੇ ਮੈਂ ਵੀ ਸੇਵਾ ਲੈ ਕੇ ਆਵਾਂਗਾ, ਭਾਵੇਂ ਪਹਿਲਾਂ ਵੀ ਸੇਵਾਵਾਂ ਕਰਦੇ ਸਨ, ਮੇਰੇ ਤੇ ਮਿਹਰ ਕਰ। ਜਦੋਂ ਸਾਨੂੰ ਵੀ ਕੋਈ ਵਿਪਤਾ ਪੈਂਦੀ ਅਸੀਂ ਵੀ ਤੇ ਅਰਦਾਸ ਕਰਦੇ ਹੀ ਹਾਂ। ਸਿੱਖ ਤੇ ਹਮੇਸ਼ਾ ਅਰਦਾਸ ਕਰਦਾ ਸੱਚੇ ਪਾਤਸ਼ਾਹ ਮਿਹਰ ਕਰੀ। ਕਹੀਦਾ ਨਾ, ਕੌਣ ਨਹੀਂ ਕਹਿੰਦਾ ਮਿਹਰ ਕਰੀ, ਕੌਣ ਨਹੀਂ ਕਹਿੰਦਾ ਸੁਖ ਸ਼ਾਂਤੀ ਰੱਖੀ, ਕੌਣ ਨਹੀਂ ਕਹਿੰਦਾ ਮੇਰੇ ਬੱਚਿਆਂ ਨੂੰ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਵਿਦਿਆ, ਨਾਮਦਾਨ ਮੈਨੂੰ, ਅੰਮ੍ਰਿਤ ਵੇਲੇ ਦੀ ਦਾਤ, ਔਰ ਸਮਾਜ ਵਿੱਚ, ਦੇਸ਼ ਵਿੱਚ, ਕੌਮ ਵਿੱਚ ਚੜ੍ਹਦੀ ਕਲਾ ਬਖਸ਼ੀ, ਕੌਣ ਨਹੀਂ ਕਹਿੰਦਾ, ਸਾਰੇ ਕਹਿੰਦੇ ਨੇ। ਸੋ ਬਾਬੇ ਮੱਖਣ ਸ਼ਾਹ ਜੀ ਨੇ ਵੀ ਬੇਨਤੀ ਕਰ ਦਿੱਤੀ। ਇੰਜ ਵੀ ਕਹਿ ਸਕਦੇ ਹਾਂ ਕਰ ਦਿੱਤੀ ਹੋਏਗੀ, ਤੇ ਇਹ ਵੀ ਕਹਿ ਸਕਦੇ ਹਾਂ ਕਰ ਦਿੱਤੀ, ਚੀਜ਼ਾਂ ਦੋਨੇ ਹੀ ਹੈ। ਇਹ ਸਮਝਣ ਦੀ ਗੱਲ ਹੈ। ਇਤਿਹਾਸ ਜਦੋਂ ਲਿਖਿਆ ਜਾਂਦਾ ਹੈ, ਜਿੰਨੇ ਇਤਿਹਾਸਕਾਰ ਨੇ, ਜਿੰਨੇ ਵਿਦਵਾਨ ਨੇ, ਜਿੰਨੇ ਰਾਈਟਰ ਨੇ, ਉਹ ਸਾਰੇ ਗੁਰੂਆਂ ਦੇ ਨਾਲ ਨਹੀਂ ਸਨ। ਤੁਸੀਂ 20 ਕਿਤਾਬਾਂ ਗੁਰੂ ਨਾਨਕ ਬਾਰੇ, ਜੀਵਨ ਬਾਰੇ, ਗੁਰੂ ਨਾਨਕ ਜੀ ਦੇ ਜੀਵਨ ਬਾਰੇ ਪੜ੍ਹ ਸਕਦੇ ਹੋ, ਤੇ 20 ਕਿਤਾਬਾਂ ਸੇਮ ਨਹੀਂ ਹੁੰਦੀਆਂ। ਜਦੋਂ ਕੋਈ ਪਹਿਲੇ ਤੋਂ ਦੂਜਾ ਰਾਈਟਰ ਜੀਵਨ ਲਿਖਣ ਲੱਗਦਾ ਹੈ, ਉਹ ਪਹਿਲੇ ਦੇ ਜੀਵਨ ਨੂੰ ਪੜ੍ਹਦਾ, ਉਹ ਸੇਮ ਨਹੀਂ ਲਿਖਦਾ, ਚਾਹੁੰਦਾ ਹੋਇਆ ਵੀ ਸੇਮ ਨਹੀਂ ਲਿਖਦਾ। ਕਿਉਂਕਿ ਜੇ 10 ਰਾਈਟਰ ਕਿਸੇ ਦਾ ਜੀਵਨ ਲਿਖਦੇ ਨੇ ਤੇ 10 ਦੀ ਸੋਚ, ਬਿਰਤੀ, ਅਵਸਥਾ, ਜੀਵਨ, ਐਜੂਕੇਸ਼ਨ, ਤਜਰਬਾ 10 ਦਾ ਬਰਾਬਰ ਨਹੀਂ, ਤੇ ਫਿਰ 10 ਨੇ ਇੱਕੋ ਜਿਹਾ ਕਿਵੇਂ ਲਿਖਣਾ। ਤੇ 10 ਨੇ ਕਿਤਾਬਾਂ ਲਿਖ ਲਈਆਂ, ਇੱਕ ਤੁਹਾਡੇ ਹੱਥ ਆ ਗਈ, ਇੱਕ ਮੇਰੇ ਹੱਥ ਆ ਗਈ, ਇੱਕ ਤੀਜੇ ਚੌਥੇ ਪੰਜਵੇਂ, 10 ਕਿਤਾਬਾਂ ਲਿਖੀਆਂ, 10 ਦੇ ਹੱਥ ਆ ਗਈਆਂ, ਤੇ ਥੋੜਾ ਥੋੜਾ ਫਰਕ ਪੈ ਜਾਣਾ ਤੇ ਅਸੀਂ ਬਹਿਸ ਕਰਨ ਲੱਗ ਪੈਣਾ, ਨਹੀਂ ਮੈਂ ਤੇ ਉੱਥੇ ਇਸ ਤਰ੍ਹਾਂ ਪੜ੍ਹਿਆ, ਦੂਸਰੇ ਨੇ ਕਹਿਣਾ ਨਹੀਂ ਨਹੀਂ ਮੈਂ ਤੇ ਇਸ ਤਰ੍ਹਾਂ ਪੜ੍ਹਿਆ, ਮੈਂ ਤੇ ਇਸ ਤਰ੍ਹਾਂ ਪੜ੍ਹਿਆ। ਦੇਖੋ ਇਹ ਆਪ ਆਪਣੀ ਬੁੱਧ ਹੈ ਜੇਤੀ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਸਵੱਟੀ ਮੰਨ ਕੇ, ਗੁਰੂ ਗ੍ਰੰਥ ਸਾਹਿਬ ਮੁਤਾਬਕ ਕੋਈ ਵੀ ਸਾਖੀ ਜਿਹੜੀ ਹੈ ਉਹਨੂੰ ਮੰਨਣਾ, ਕਿਉਂਕਿ ਜਿਹੜਾ ਸਮਰੱਥ ਗੁਰੂ ਹੈ ਉਹ ਕੁਝ ਵੀ ਕਰ ਸਕਦਾ ਹੈ। ਸਮਰੱਥ ਗੁਰੂ ਛੜੀ ਦੇ ਨਾਲ ਵੀ ਗਿਆਨ ਕਰਾ ਸਕਦਾ ਹੈ, ਬਗੈਰ ਹੱਥ ਰੱਖੇ ਤੋਂ ਵੀ ਗਿਆਨ ਕਰਵਾ ਸਕਦਾ ਹੈ, ਬਗੈਰ ਦਰਸ਼ਨ ਦੇਣ ਤੋਂ ਵੀ ਉਹ ਬੈਠਾ, ਜਿੱਥੇ ਬੈਠਾ ਗੁਰੂ ਉੱਥੇ ਹੀ ਕਾਰਜ ਸਵਾਰ ਸਕਦਾ ਹੈ। ਇਹ ਸਮਰੱਥ ਗੁਰੂ ਦੀ ਮਰਜ਼ੀ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਪ੍ਰਭ ਭਾਵੈ ਬਿਨ ਸਾਸ ਤੇ ਰੱਖੇ, ਮਿਰਤਕ ਕੋ ਜਿਵਾਲਨ ਹਾਰ। ਇਹ ਗੁਰੂ ਦੇ ਵਿੱਚ ਇਹ ਪਾਵਰ ਹੈ, ਇਹ ਤਾਕਤ ਹੈ। ਗੁਰੂ ਜਿਹੜਾ ਹੈ ਉਹ ਕੁਝ ਵੀ ਕਰ ਸਕਦਾ,
इस करके असी गुरु ते किंतु नहीं कर सकते, गुरु नूं कदी भी कुछ नहीं कह सकते भी इदां किवें हो सकदा, क्योंकि असी अपनी बुद्धि सोच के मुताबिक सोचते हैं। सो बाबा मक्खन शाह वपारी सी, बाबा मक्खन शाह वपारी सी, उन्हां दा जिहड़ा बेड़ा सी वो डुब्बन लगा सी। बड़ी प्यारी कविता। एक वपारी बड़ा सियाणा ना सी मक्खन शाह लवाना। एक व्यापारी बड़ा सियाणा ना सी मक्खन शाह लवाना। गुर घर दा सी सेवादार सिੱਖੀ नूं करदा सी प्यार। गुरु घर दा सी सेवादार सिੱਖੀ नूं सी करदा प्यार। देश विदेश जद भी जावे बाहरों भर के माल लियावे। दसां नोहां दी किरत कमावे गुरु घर विच दसवंध चढ़ावे। दसां नोहां दी किरत कमावे गुरु घर विच दसवंध चढ़ावे। एक बार जदों विदेशों आया बेड़ा भर के माल लियाया। सागर विच आया तूफान सब दी सी मुट्ठी विच जान। सागर विच आया तूफान सब दी सी मुट्ठी विच जान। मक्खन शाह नूं समझ ना आवे बेड़े नूं किंज बन्ने लावे। मक्खन शाह नूं समझ ना आवे बेड़े नूं किंज बन्ने लावे। जद मुक गई हर पास्यों आस, जद मुक गई हर पास्यों आस। मक्खन शाह कीती अरदास सच्चे सतगुर नानक पास। मन चों होके बहुत निराश जे इस मुश्किल तो बच जावा। दाता जे इस मुश्किल तो बच जावा सतगुर तेरे दर ते आवा। 500 मोहरा भेंट चढ़ावा। हे सतगुर तेरे दरबार हे मेरी सच्ची सरकार। मेरे ते हुण कर तू उपकार। होया है डाढा लाचार मालक मेरे ते मेहर कर। हे मेरी सच्ची सरकार मेरे ते हुण कर उपकार। होया हाँ डाढा लाचार सतगुर बेड़ा बन्ने लाया। सतगुर बेड़ा बन्ने लाया। मक्खन शाह ने शुक्र मनाया। 8वें सतगुर प्रीतम बाला सच खंड नूं जद पागे चल। 8वें सतगुर प्रीतम बाला सच खंड नूं जद पागे चला। कह गए सतगुर मेरा वाले गुरु बाबा है विच बकाले। कह गए सतगुर मेरा वाले गुरु बाबा है विच बकाले। मक्खन शाह ने शुक्र मनाया सीधा चल बकाले आया। सीधा चल बकाले आया। जिथे बैठे गद्दियां लाई गुरु बने सन झूठे बाई। मक्खन शाह नूं समझ ना आवे। मक्खन शाह नूं समझ ना आवे किहड़े गुरु दे भेंट चढ़ावे पता ही नहीं लगता। मक्खन शाह नूं समझ ना आवे किहड़े गुरु नूं भेंट चढ़ावे। फिर उस नूं सुझी तरकीब खुल गए उसदे असल नसीब। 5 मोहरा मत्था टेके कौन गुरु है असली वेखे। मोहरा वेख के खुश सी सारे। मोहरा वेख के खुश सी सारे। भुखे लालच दे सब मारे। मक्खन शाह नूं समझ ना आवे 500 मोहरा किवें चढ़ावे। फिर सी 10 किसने पाई। फिर सी 10 किसने पाई। तेगा तेगा नाम है भाई। भोरे विच समाधि लाई रहिंदा है वो विच एकांत। ठंडा ठार ते मन है शांत। तेगा तेगा नाम है भाई। भोरे विच समाधि है लाई रहिंदा है वो विच एकांत। ठंडा ठार ते मन है शांत। मक्खन शाह ने जब दर्शन पाया जाके सी जद शीश नवाया। 5 मोहरा जद धरियां अगे। 5 मोहरा जद धरियां अगे। सच्चे सतगुर आखन लगे। सच्चे सतगुर आखन लगे सिखा ओ कीता बचन निभा। 500 मोहरा भेंट चढ़ा।
सतगुर दा 500 मोहरा अगे धर के सतगुर दा शुकराना करके मक्खन शाह खुशी विच आया, कोठे चढ़ के रौला पाया, आजो संतो साधो रे, आजो संतो साधो रे, गुरु लादो रे, गुरु लादो रे, धाने आखो गुरु तेग बहादुर हिंदी चादर, मक्खन शाह जी शाह पुराना, वधे फुल एक कौम लुबाना। बड़ियां प्यारियां ये पंक्तियां जड़ियां ने, सतरां जड़ियां ने सरदार रवीर सिंह इटली हाल कनेडा तो उन्होंने बड़ियां प्यारियां लिखियां ने, जो अपने अंदरों लिखदा भाई ਉਹਦਾ भी धन्यवाद। सो बाबा मक्खन शाह का बेड़ा जो हुण डुब्बन लगा, कविता भी तुसीं श्रवण कर लिया। सो बाबा मक्खन शाह का बेड़ा उस अकाल पुरख स्वरूप गुरु तेग बहादुर महाराज जी ने पार ला दिता, बेड़ा पार हो गया। हुण जद बेड़ा पार हो गया तो हुण ड्यूटी अपनी आ गई भी हुण मैं सतगुरु जी का जिहड़ा बचन किया महाराज जी दे नाल वो बचन निभावां। हुण मैं बाबे बकाले नूं जावां ते जो भेटा है, जो मेरा दसवंध है, वो मैं सतगुरु जी नूं उत्थे दे के आवां। ते हुण बाबे बकाले जिहड़े ने वो तुर पए ने, और बाबा मक्खन शाह जी दे नाल उन्हां दे साथी हुंदे सन, घोड़सवार हुंदे सन काफ़ी गिनती दे विच, क्योंकि बहुत वड्डे व्यापारी सन, बहुत वड्डे व्यापारी सन, नाल उन्हां दे घोड़सवार हमेशा रहिंदे सन, क्योंकि व्यापारी लोगों ने लोग लुट भी लिया करते सन। उन्हां दी हैल्प करन दे लई, कोई किसी तरह की प्रॉब्लम ना आ जाए, उन्हां दे नाल वो साथी रखते सन। हुण बाबा बकाला साहब जी की धरती ते जद उन्होंने पैर धरे, उत्थे जिधर भी देखन उत्थे कहंदे ने गुरु बन के एक नहीं, दो नहीं, तीन नहीं, 22 भी लिखे ने, हो सकता घट वध भी लिखे होण। वो बैठे ने सारे, कहंदे ने उन्हां दे अगे जिहड़े दलाल ने उन्हां नूं कोई भी आंदा जिवें पृथ्वी चंद अपने को लैके चला जाता सी, मैं ही हकदार हाँ गुरगद्दी दा, मेरे पास आओ, मैनू भेटा फड़ाओ। अगे इन्होंने दलाल छड्डे सन, जे कोई भी आंदा सी मिलण वास्ते ते वो अपने अपने पासे लै जांदे सन। ये ने असली गुरु, इन्हां नूं मत्था टेको, अपनी भेटा इन्हां नूं चढ़ाओ। धीरमल भी उन्हां दे विच ही सी। ते जद बाबा मक्खन शाह ने देखा भी ये की चक्कर पै गया, तो फिर बहुत सियाणे सन व्यापारी लोग, बहुत सियाणे सन। किसी ने 5 लिखिया, किसी ने 2 लिखिया भी मोहरा अगे रख के ते जद अगे लंघ जाते ने, और मन में सोचा भी पूर्ण जिहड़ा सतगुर है वो अपने आप दस देणगे, अपने आप दसणगे। इस तरह अगे लंघते गए, लंघते गए, लंघ गए, अखीर दे विच किसी नूं पुछदे ने, किसी नूं पुछदे ने भी होर भी कोई ते नहीं रह गया। दस पई सच्चे पातशाह गुरु तेग बहादुर महाराज जी दी। कहंदे भी उन्होंने इस तरह भी लिखिया भी लोग आप लफ्जां दे नाल भी बुलाते होंदे सन गुरु तेग बहादुर महाराज जी। जिहड़ा मैं पहला भी बेनती करदा हुंदा, जिहड़ा किसी नाल गल घट करे, जिहड़ा किसी को बैठे घट, लोकी उहनूं कमला जिहा कहंदे ने, पर बाणी विच लिखिया वो कमला नहीं हुंदा। बिन नावे जग कमला फिरे गुरमुख नदरी आया। गुरु तेग बहादुर जी बिल्कुल शांत चित अडोल, हमेशा गुरु के चरणों के विच लीन रहन वाले, सुन समाधि आप। ऐसे सतगुरु वो बहुते किसी के कोल बहिंदे नहीं सन, बहुतियां गल्लां नहीं सन करते, इस करके लोगों को पसंद नहीं सन। उन्हां दी दस पई ते बाबा मक्खन शाह जी जदों गुरु तेग बहादुर महाराज जी नूं मिलण दे लई, जिवें इतिहास विच लिखिया, भोरा लिखिया भी भोरे दे विच, इत्थे आम करके ये कहा जाता भी वो भोरे विच किवें चले गए सीधे, जां भोरे विच गुरु महाराज जी किवें बैठ सकते हैं। एक विचार की गल है। अजकल असीं कित्थे रहिंदे हां, किसी नूं पुछिया जावे तूं कित्थे रहिंदा, कोठड़ी दे विच, वो कहेगा नहीं वो कोठी दे विच। अज तो 30-40 साल पहला जो लोग घर बनाते सन, कहते उन्हें मकान बनाया।
ਅੱਜ ਕਿਸੇ को ਪੁੱਛਿਆ ਜਾਵੇ ਕੀ ਬਣਾਇਆ, ਉਹ ਕਹਿੰਦਾ ਜੀ ਮੈਂ ਕੋਠੀ ਬਣਾਈ ਹੈ, ਕੋਠੀ। ਤੇ ਪੁਰਾਣੇ ਸਮਿਆਂ ਦੇ ਵਿੱਚ ਕੋਠੜੀਆਂ ਹੁੰਦੀਆਂ ਸਨ, ਪਿੱਛੇ ਬੜੇ ਠੰਡੇ ਕਮਰੇ ਹੁੰਦੇ ਸਨ, ਪਿੱਛੇ ਨੀਵਾਂ ਜਿਹਾ, ਵਿਹੜੇ ਤੋਂ ਨੀਵਾਂ ਜਿਹਾ ਥੱਲੇ ਨੂੰ ਝੁਕ ਕੇ, ਅਸੀਂ ਵੀ ਦੇਖੇ ਨੇ ਉਹ ਕੱਚੇ ਮਕਾਨ ਇੱਥੇ ਹੀ ਅੱਜ ਤੋਂ 40 ਸਾਲ ਪਹਿਲਾਂ, ਬੜੇ ਨੀਵੇਂ ਨੀਵੇਂ ਕੱਚੇ ਮਕਾਨ, ਲੋਕ ਉਸ ਨੂੰ ਕੋਠਾ ਵੀ ਕਹਿੰਦੇ ਸਨ, ਅੱਜ ਕੋਠੀਆਂ ਕਹਿ ਦਿੰਦੇ ਆ। ਕੁਝ ਸਮਾਂ ਪਹਿਲਾਂ ਮਕਾਨ ਕਹਿੰਦੇ ਸਨ, ਜਦੋਂ ਬਾਲੇ ਪਾਉਂਦੇ ਸਨ, ਗਾਡਰ ਪਾਉਂਦੇ ਸਨ, ਸੋਹਣਾ ਮਕਾਨ ਬਣਾਇਆ। ਅੱਜ ਕਈ ਕਹਿ ਦਿੱਤਾ ਜਾਂਦਾ ਕੋਠੀ ਬਣਾਈ ਹੈ। ਔਰ ਉਸ ਸਮੇਂ ਜਿਹੜੀ ਇੱਕ ਬੜੀ ਪਿਆਰੀ ਇਕਾਂਤ ਜਗ੍ਹਾ ਸੀ, ਜਿੱਥੇ ਬਹਿ ਕੇ ਰੱਬ ਦੀ ਬੰਦਗੀ ਜਾਂ ਅਸੀਂ ਪੂਜਾ ਦਾ ਸਥਾਨ ਅੱਜ ਵੀ ਆਪਣੇ ਘਰਾਂ ਵਿੱਚ ਬਣਾਉਂਦੇ ਹਾਂ ਭਜਨ ਬੰਦਗੀ ਵਾਸਤੇ, ਇੱਕ ਸੈਪਰੇਟ। ਕੋਈ ਰਸੋਈ ਦੇ ਵਿੱਚ ਬਹਿ ਕੇ ਕੋਈ ਭਜਨ ਬੰਦਗੀ ਕਰਦਾ ਕਦੀ? ਕੋਈ ਆਪਣੇ ਬੈੱਡਰੂਮ ਦੇ ਵਿੱਚ ਬਹੁਤ ਘੱਟ। ਸਿਆਣਾ ਬੰਦਾ ਇੱਕ ਬੜੀ ਇੱਕ ਖਾਸ ਜੀ ਜਗ੍ਹਾ ਲੱਭਦਾ ਔਰ ਉੱਥੇ ਬਹਿ ਕੇ ਬੜੀ ਪਵਿੱਤਰਤਾ ਦੇ ਨਾਲ, ਬੜੀ ਸੁੱਚ ਦੇ ਨਾਲ ਔਰ ਬਹੁਤ ਹੀ ਇਕਾਂਤ ਹੋ ਕੇ ਉੱਥੇ ਰੱਬ ਦੇ ਨਾਲ ਜੁੜਨਾ ਚਾਹੁੰਦਾ ਹੈ। ਐਸੀ ਇਕਾਂਤ ਜਗ੍ਹਾ ਨੂੰ ਤੁਸੀਂ ਭੋਰਾ ਕਹਿ ਲਓ, ਕੋਠੜੀ ਕਹਿ ਲਓ, ਪੂਜਾ ਦਾ ਕਮਰਾ ਕਹਿ ਲਓ, ਇਹ ਆਪਣੀ ਆਪਣੀ ਬੋਲੀ ਹੈ। ਅਸੀਂ ਦੁਆਬੇ ਵਾਲੇ ਕੁਛ ਬੋਲਦੇ ਹਾਂ, ਮਾਝੇ ਵਾਲਿਆਂ ਦੀ ਬੋਲੀ ਹੋਰ ਤਰ੍ਹਾਂ ਦੀ ਆ, ਮਾਲਵੇ ਦੇ ਵਿੱਚ ਹੋਰ ਤਰ੍ਹਾਂ ਦੀ ਹੈ। ਇਸ ਕਰਕੇ ਬੋਲੀ ਦੇ ਵਿੱਚ ਫਰਕ ਹੈ। ਜੇ ਉਸ ਨੂੰ ਭੋਰਾ ਕਹਿ ਦਿੱਤਾ ਇਹਦੇ ਵਿੱਚ ਵੀ ਕੋਈ ਮਾੜੀ ਗੱਲ ਨਹੀਂ, ਲਿਖਣ ਵਾਲਿਆਂ ਨੇ ਲਿਖ ਦਿੱਤਾ। ਜਿਵੇਂ ਮੈਂ ਪਹਿਲਾਂ ਕਿਹਾ, ਹਰ ਇੱਕ ਦੀ ਆਪਣੀ ਆਪਣੀ ਸੋਚ ਹੈ, ਬੁੱਧੀ ਹੈ। ਘਰ ਵੀ ਕਹਿ ਸਕਦੇ ਹਾਂ, ਕਮਰਾ ਵੀ ਕਹਿ ਸਕਦੇ ਹਾਂ, ਭੋਰਾ ਵੀ ਕਹਿ ਸਕਦੇ ਹਾਂ, ਕੋਈ ਐਸੀ ਗਲਤ ਗੱਲ ਨਹੀਂ ਹੈ। ਸੋ ਜਿਹੜੀ ਇੱਕ ਰੱਬ ਦੀ ਬੰਦਗੀ ਲਈ ਚੁਣੀ ਹੋਈ ਇਕਾਂਤ ਜਗ੍ਹਾ, ਉਸ ਨੂੰ ਭੋਰਾ ਲਿਖ ਦਿੱਤਾ ਗਿਆ, ਕੋਈ ਮਾੜੀ ਗੱਲ ਨਹੀਂ। ਉੱਥੇ ਬਹਿ ਕੇ ਉਹ ਰੱਬ ਦੇ ਨਾਲ ਜੁੜਦੇ। ਅਸੀਂ ਨਹੀਂ ਜੁੜਦੇ, ਤੁਸੀਂ ਨਹੀਂ ਜੁੜਦੇ, ਸਾਰੇ ਜੁੜਦੇ ਆ। ਜਿਵੇਂ ਅਸੀਂ ਇੱਥੇ ਗੁਰੂ ਘਰ ਵਿੱਚ ਬੈਠ ਕੇ ਗੁਰੂ ਦੀ ਸਿਫਤ ਸਲਾਹ ਵਿੱਚ ਜੁੜਦੇ ਹਾਂ, ਤੇ ਇਸ ਨੂੰ ਅਸੀਂ ਗੁਰਦੁਆਰਾ ਕਹਿ ਦਿੰਦੇ ਹਾਂ। ਪਹਿਲਾਂ ਇਸੇ ਹੀ ਜਗ੍ਹਾ ਨੂੰ, ਜਿੱਥੇ ਰੱਬ ਦੀ ਸਿਫਤ ਸਲਾਹ ਹੁੰਦੀ ਸੀ, ਧਰਮਸ਼ਾਲਾ ਕਿਹਾ ਜਾਂਦਾ ਸੀ। ਅੱਜ ਵੀ ਕਿਧਰੇ ਕਿਧਰੇ ਹਨ ਧਰਮਸ਼ਾਲਾ। ਉੱਥੇ ਬਹਿ ਕੇ ਲੋਕ ਚੰਗੀਆਂ ਗੱਲਾਂ, ਰੱਬ ਦੀ ਗੱਲਬਾਤ ਸੁਣਦੇ ਸੁਣਾਉਂਦੇ ਸਨ। ਤੇ ਅੱਜ ਗੁਰੂਦੁਆਰੇ ਨੇ ਸਾਡੇ ਸਿੱਖਾਂ ਦੇ ਵਿੱਚ। ਸੋ ਸਮਾਂ ਬਦਲਣ ਦੇ ਨਾਲ ਬਿਲਡਿੰਗਾਂ ਵੀ ਬਦਲ ਜਾਂਦੀਆਂ ਨੇ, ਤੇ ਘਰ ਦੇ ਜਿਹੜੇ ਸਰੂਪ ਨੇ ਉਹ ਵੀ ਬਦਲ ਜਾਂਦੇ ਨੇ। ਜਿਹੜੀਆਂ ਕੋਠੇ ਸਨ, ਕੋਠੀਆਂ ਬਣ ਗਈਆਂ, ਕੋਠੜੀਆਂ ਸਨ, ਵੱਡੀਆਂ ਕੋਠੀਆਂ ਬਣ ਗਈਆਂ, ਮਹਿਲ ਬਣ ਗਏ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਕਾਂਤ ਜਗ੍ਹਾ ਵਿੱਚ ਭੋਰੇ ਵਿੱਚ ਬੈਠ ਕੇ ਔਰ ਇਕਾਂਤ ਆਪਣੇ ਰੱਬ ਨਾਲ ਜੁੜੇ ਹੋਏ ਸਨ। ਇਹਦਾ ਮਤਲਬ ਉਹ ਨਹੀਂ ਵੀ ਉਹ ਉੱਥੇ ਬੈਠੇ ਹੀ ਨੇ ਤੇ ਹੋਰ ਕੋਈ ਕੰਮ ਨਹੀਂ ਕਰਦੇ। ਉਹ ਸਭ ਕੁਝ ਕਰਦੇ ਨੇ, ਸਭ ਕੁਝ ਕਰਦੇ ਨੇ। ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਨੇ ਹੁਕਮ ਕੀਤਾ ਸੀ, ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਕੇ ਛਕਣਾ। ਕਿਰਤ ਵੀ ਕਰਨੀ ਹੈ, ਨਾਮ ਵੀ ਜਪਣਾ, ਪ੍ਰਚਾਰ ਵੀ ਕਰਨਾ ਤੇ ਵੰਡ ਕੇ ਵੀ ਛਕਣਾ। ਚਾਹੇ ਨਾਮ ਦਾ ਪ੍ਰਚਾਰ ਪ੍ਰਸਾਰ, ਚਾਹੇ ਪੈਸੇ ਦੀ ਹੈਲਪ, ਚਾਹੇ ਲੰਗਰ ਪ੍ਰਸ਼ਾਦੇ ਨੂੰ ਵੰਡਣਾ ਛਕਣਾ, ਇਹ ਸਭ ਕੁਝ ਵੰਡਣ ਦੇ ਵਿੱਚ ਹੀ ਆਉਂਦਾ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦੀਦਾਰ ਕਰਨ ਦੇ ਲਈ ਮਹਾਰਾਜ ਜੀ ਦੇ ਕੋਲ ਪਹੁੰਚ ਗਏ। ਸੋ ਇੱਥੇ ਅਸੀਂ ਹੁਣ ਸਮਾਂ ਨਹੀਂ ਹੈ ਵੀ ਇੱਥੇ ਸਭ ਕੁਝ ਦੱਸੀਏ ਵੀ ਉਹ ਕਿੱਦਾਂ ਪਹੁੰਚੇ, ਕਿਹਨੂੰ ਮਿਲੇ, ਕਿੰਨਾ ਚਿਰ ਬਾਹਰ ਖੜੇ, ਕਿੰਨਾ ਚਿਰ ਕਿਹਦੇ ਨਾਲ ਗੱਲਾਂ ਕੀਤੀਆਂ। ਅਸੀਂ ਦੇ ਇਸ ਸਾਖੀ ਪ੍ਰਸੰਗ ਦੇ ਵਿੱਚੋਂ ਸਿੱਖਿਆ ਲੈਣੀ ਹੈ ਵੀ ਸਾਨੂੰ ਸਿੱਖਿਆ ਕੀ ਮਿਲਦੀ ਹੈ। ਇਹ ਨਹੀਂ ਦੇਖਣਾ ਵੀ ਉਸਨੇ ਸਾਨੂੰ ਇਸ ਤਰ੍ਹਾਂ ਕਥਾ ਸੁਣਾਈ, ਉਸਨੇ ਸਾਨੂੰ ਇਸ ਤਰ੍ਹਾਂ ਕਥਾ ਸੁਣਾਈ, ਨਹੀਂ। ਹੁਣ ਬਾਬਾ ਮੱਖਣ ਸ਼ਾਹ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿੱਥੇ ਇਕਾਂਤ ਵਿੱਚ ਬੈਠੇ ਨੇ, ਅਸਲ ਦੇ ਵਿੱਚ ਕੋਈ ਵੀ ਜਿਹੜਾ ਪੂਰਨ ਹੁੰਦਾ ਨਾ, ਪੂਰਨ ਉਹ ਤੇ ਅੱਠੇ ਪੈਰ ਮਹਾਰਾਜ ਜੀ ਕਹਿੰਦੇ ਜੁੜਿਆ ਹੁੰਦਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਜੰਗਾਂ ਲੜਦੇ ਨੇ, ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਉਹ ਅੱਠੇ ਪੈਰ ਨਹੀਂ ਜੁੜੇ ਹੋਏ? ਧਿਆਨ ਦੇਣਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਲਾਜ ਵੀ ਕਰਦੇ ਨੇ, ਯਾਤਰਾ ਵੀ ਕਰਦੇ ਨੇ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਵਾਈਆਂ ਵੀ ਦਿੰਦੇ ਨੇ, ਸੰਗਤਾਂ ਨੂੰ ਵੀ ਮਿਲਦੇ ਨੇ, ਹੱਥਾਂ ਦੇ ਨਾਲ ਆਪ ਸੇਵਾ ਕਰਦੇ ਨੇ। ਕੀ ਉਹ ਅੱਠੇ ਪੈਰ ਜੁੜੇ ਨਹੀਂ? ਚਾਹੇ ਕੋਈ ਅੰਦਰ ਬਹਿ ਕੇ ਭਗਤੀ ਕਰਦਾ, ਚਾਹੇ ਕੋਈ ਬਾਹਰ ਵਿਚਰਦਾ, ਚਾਹੇ ਕੋਈ ਖੇਤੀ ਕਰਦਾ, ਚਾਹੇ ਕੋਈ ਦੁਕਾਨ ਕਰਦਾ, ਚਾਹੇ ਕੋਈ ਗੱਡੀ ਚਲਾਉਂਦਾ, ਬਾਣੀ ਵਿੱਚ ਲਿਖਿਆ ਉੱਠੇ ਪੈਰ ਜਿਹੜਾ ਪੂਰਨ ਗੁਰਸਿੱਖ ਗੁਰੂ ਦਾ ਪਿਆਰਾ ਉੱਠੇ ਪੈਰ ਜੁੜਿਆ ਹੋ ਸਕਦਾ। ਤੇ ਜਿਹੜਾ ਪੂਰਨ ਸਤਿਗੁਰੂ ਹੈ ਉਹ ਉੱਠੇ ਪੈਰ
जुड़िया ही हुंदा ऑलरेडी ऑटोमैटिकली। उन्होंने इत्थे आके केवल बंदगी करन दी जरूरत नहीं। जे गुरु साहब भजन सिमरन कीर्तन कथा ना करते तो असी लोगों ने मनना नहीं सी। असी कहना सी कथा की की जरूरत है, कीर्तन की जरूरत की है, अभ्यास की की जरूरत है, बैठन की की जरूरत है, बस तुरते फिरते ठीक है। असी वो गल मननी नहीं सी जो तक गुरु साहब आप प्रैक्टिकल करके ना दसदे। उन्होंने चौंकड़ा मारना भी सिखाया, सानू गुरुआं ने हल चलाउणा भी सिखाया, सानू गुरुआं ने दुकाना जॉब नौकरियां भी करनियां सिखाइयां। ये सब भी गुरु ने। किरत करो सच्ची ते सुची करो। कोई भी महाराज जी कहते तुसीं काम कर सकते हो, तुहाडी किरत सच्ची ते सुची होनी चाहिए है। सो बाबा मक्खन शाह ने उन्हां झूठियां नूं रद्द कर दिता ते पूर्ण सतगुरु गुरु तेग बहादुर महाराज जी दे सन्मुख जदों गए ते अंदर जिहड़ा वो दस दिंदा है, अंदर सच्चा नेहो लाया प्रीतम अपने तन मन होए निहाल जांगुर देखा सामने। जदों गुरु तेग बहादुर महाराज जी दीदार किते उन्हां दे सोहणे चेहरे नूं देख के ही ध्यान देना, उन्हां दे प्यारे चेहरे नूं मुखड़े नूं देख के ही पता लग गया भी ये पूर्ण सतगुर यही ने। और महाराज जी दे चरनां विच नमस्कार कीती है। जिवें पिछे मोहरां रख के आ रहे सी थोड़ियां थोड़ियां उसे तरह ही गुरु तेग बहादुर महाराज जी दे चरनां विच भी रखियां। हुण इत्थे लिखण वालियां ने ये लिखिया है थोड़ा जिहा किंतु कीता है भी गुरु पातशाह जिहड़े ने भी वो कोई लालची ने जिहड़े मंगदे ने भी तू 500 दे। ध्यान देना 500 दे। एक छोटी जी उदाहरण दे देना समझ लग जाएगी। कोई लालच हुंदा? किसे ने किसे दे विआह शादी ते 1000 रुपया पाया हो तो जदों वो घर आवे तो वह 200 रुपया पावे तो उसनूं याद करावे तो कोई भुख हुंदी है? वो एक याद करांदा भी असी इन्ने पाए सी, साडा हक है ना। वो लालची है, वो पैसों का थोड़ा बैठा भी 1000-1500 देगा वो विआह शादी हो जानी वो नाल। वो एक रीत है, एक रिवाज है, एक हक भी बनता है भी जे असी किसी दे इस तरह किसी नाल वरतदे हैं सोहणे तरीके नाल, वो भी सोहणे तरीके नाल वरतदे। जे असी कपड़ा लीड़ा लैके जाने वो भी कपड़ा लीड़ा साडे बच्चों वास्ते लैके आवे। जे असी 5100 रुपया शगन पाउंदे आं ते वो भी कोई पावे, वो हुण 100 रुपया पा के चल जाए बंदा महसूस तो करता ही है ना। ये तो एक नॉर्मल जी गल है। ये लालच नहीं हुंदा, ये भुख नहीं हुंदी है, एक रीत हुंदी है। गुरु नूं किसी गल दी भुख नहीं है, लालच नहीं। गुरु तो आप दिंदा, पर गुरु जिहड़ा वो बचन याद कराउंदा है। गुरु जिहड़ा वो फर्ज याद कराउंदा भी सिखा ये तैनूं हुक्म है, तेरा फर्ज है। तो गुरु साडी अंदर दी गल दस दिंदा है घट घट के अंदर की जान, तां जो सिख नूं ये यकीन हो जाए भी मेरा सतगुरु पूर्ण है, मेरे अंदर की गल जानदा है। जे गुरु साडे अंदर की गल ना जाने फिर वो गुरु का भगत कबीर जी कहते उस गुरु नूं दूरों ही सत श्री अकाल बुला दिओ। भगत कबीर जी कहते जे कोई साडे अंदर की गल नहीं जान सकता, कबीर जी ने तो हद कर दी है। कहते माए मुंडो तह गुरु की जाते भरम न जाए, आप डुबे चौ वेद में चेले दिए बहाए। की करना से गुरु नूं अधूरे नूं? ते फिर पूर्ण गुरु ने अपनी निशानी तो दसनी है ना। महाराज जी कहते बई सिखा सेवा ते तेरी जिहड़ी है तू वो वध अपने मन दे विच धारी सी। जदों इस तरह महाराज जी ने कहा ते उच्ची उच्ची बाहर आके रौला पान लग पे। कोठे दे चढ़ के भी गुर लादो रे, गुर लादो रे, गुर लादो रे। बाबा मक्खन शाह जी गुरु तेग बहादुर महाराज जी ने मना भी किया सी, कोई गल नहीं कहने की जरूरत नहीं, क्योंकि हर का भगत प्रगट नहीं छपे। असी ये भी कह सकते हैं भी की जरूरत सी। गुरु ने कोई विध बनानी है, गुरु ने कोई ना कोई जरिया बनाना है। ध्यान देना कोई ना कोई तरीका तो बनना ही है, चाहे किसी को सेवा लै ले, क्योंकि गुरु ने कारज भी करने ने। तो बाबा मक्खन शाह नूं एक जरिया बना के ते ओ संगतां दे सन्मुख आ गए। गुरु लादो रे, गुरु लादो रे। ते फिर
महाराज जी ने गुरु नानक दी गुरगद्दी दा वारस बनाया, मतलब बिठा के जो भी मर्यादा सी गुरु घर दी ਉਹ संपूर्ण कीती। ते सिख संगतां जड़ियां दूरों दूरों जड़ियां भटकियां हुई सन, गुरु तेग बहादुर महाराज जी दे दर्शन दीदार करन दे लई गुरु महाराज जी दे पास हुण बहुत ज़्यादियां संगतां आउण लग गईयां। ते बाबा मक्खन शाह जी लवाणा जी ये भी अपने साथियों के नाल सदा ही सेवा दे विच हाज़र रहिंदे, उन्हां दे नाल रहिंदे। जदों ये चीज़ धीरमल नूं पता लगी, वो तो बहुत गुस्से विच आ गया, बुखला गया। उसने अपने गुंडे तैयार किए और गुंडियां नूं कह दिता भी गुरु तेग बहादुर महाराज ते हमला करो, उन्होंने जानो मारो, खत्म करो। ते लिखिया गया भी गुरु तेग बहादुर महाराज जी के उपर जिहड़ी है वो गोली चलवाई गई और गुरु महाराज जी ते वो गोली वो लगी नहीं, निशाना लगा नहीं। ते जदों इस चीज़ का बाबा मक्खन शाह जी नूं पता लगा तो फिर इन्होंने गोली चलाने वाले उस शीहे नूं ते जिथे धीरमल रहिंदा सी उत्थे जाके अपने साथियों के नाल हमला करके जो उन्होंने गुरु घर का दसवंध जो भी माल लुटिया सी गलत तरीके दे नाल वो सारा इकट्ठा किया। ते उन्होंने बाबा मक्खन शाह ने सारिਆਂ ਨੂੰ बंदी बना के ते वो जड़े ने वो गुरु तेग बहादुर महाराज जी के अगे लिया के पेश कर दिता। पर गुरु तेग बहादुर महाराज जी ने बाबा मक्खन शाह नूं कहा, ठीक है तुहाडा प्यार है पर तुसीं इन्हां नूं छड्ड दो, असीं किसी किस्म की नफरत नहीं रखते, कोई साडी दुश्मनी नहीं है, तुसीं इन्हां नूं छड्ड दिओ, आज़ाद कर दिओ, जो भी इन्हां दा समान है इन्हां नूं वापस कर दिओ, सानूं कोई जरूरत नहीं। सो गुरु तेग बहादुर महाराज जी ने उन्होंने माफ़ कर दिता। सो काफ़ी समा बाबा मक्खन शाह जी गुरु तेग बहादुर महाराज जी के नाल रहे, सेवा करते रहे। उन्होंने अग्यों परिवार जिवें तुसीं शुरू में सरवण कर लिया, तिन्ने पुत्र गुरु गोबिंद सिंह महाराज जी दी फौजां दे विच शामिल होए और उन्होंने जंग के मैदानों के विच सो सेवा निभाई। सो बाबा मक्खन शाह नूं वडियाई मिली, अज भी दुनिया याद करती है गुरु लाधोरे दे नां दे नाल। सो ये तो सी संखेप दे विच ये साखी प्रसंग। हुण गल जिहड़ी है संखेप दे विच आखिरी विचार ये है भी सानू इस दिन तो इस साखी तो सानू जिहड़ी है सिक्ख्या की मिलती है। गल तो इत्थे आके मुकदी है ना, जो असीं शब्द की विचार करते हैं सानू सिक्ख्या की मिलती है भी सानू की करना चाहिए, ऐसे महापुरखों गुरसिखां के जीवन तो की सेध लैनी चाहिए है। बाबा मक्खन शाह महाराज ने दी सेवा के लिए की कीता सी, पहली गल तो वह पूर्ण गुरसिख सी, वो पूर्ण भरोसा गुरु नानक ते रखदा सी। सानू बाबा मक्खन शाह ने की सिखाया, साडा वो बजुर्ग सी, साडे वो पूर्वज सी, सानू की सिखाया, मेरी कौम मेरे सिख मेरा कुटुंब जां असी सारे गुरु नानक दे घर ते पूर्ण भरोसा रखना, और किधरे भी नहीं जाना। वो सेवा कित्थे जान देंदे, कित्थे देंदे सी गुस्ताखी माव। वो ये नहीं भी कोई 5 जगह ते 5 ते भेज दिओ सेवा, वो इक्को ही गुरु नानक दे घर सेवा करते सी। हाँ, लोड़वंद की मदद जरूर करनी है। वो किसी स्वार्थी नूं कच्चे नूं जिहड़ा माया ते मल मार के बैठा ऐशो आराम करदा उन्होंने नहीं सन देंदे। उन्होंने पता गुरु नानक दा घर बहुत वड्डा, इत्थे सेवावां चलदियां, इत्थे जिहड़ी सेवा जिहड़ी है वो सही जगह लगदी है। सो वो गुरु नानक दे घर ही सेवा दसवंध देंदे सन। ते सानू भी ये सिक्ख्या मिली है, सानू गुरु नानक दे घर दे विच सेवा करनी चाहिए है। अपना दसवंध पैसों के रूप दे विच, लंगरां दे रूप दे विच, जो भी तिल फुल जिन्नी भी किसी की हिम्मत है वो सानू सेवा करनी सिखाई है बाबा मक्खन शाह जी ने। कि असीं ये गल मन रहे हैं? जे नहीं मन रहे तो सानू मननी चाहिए। सानू तिल फुल जरूर गुरु की सेवा दे विच, गुरु की संगत की सेवा दे विच लाउणा चाहिए। सानू लंगरां की सेवा, चाह के लंगरां की सेवा, गुरु घर दे विच कड़ाह प्रसाद की देग की सेवा,
ਇਹਦੇ ਬਹੁਤ ਮਾਮੂਲੀ ਸੇਵਾ ਬਹੁਤ ਵੱਡੀ ਹੈ, ਪਰ ਸਾਡੇ ਲਈ ਬਹੁਤ ਮਾਮੂਲੀ ਹੈ, ਬਹੁਤ ਪੈਸਾ ਰੁਪਈਆ ਨਹੀਂ ਲੱਗਦਾ। ਸਾਨੂੰ ਸੇਵਾ ਕਰਦੇ ਰਹਿਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਤੇ ਜੇ ਮਾਲਕ ਨੇ ਬਹੁਤ ਕਿਰਪਾ ਕੀਤੀ ਹੈ ਤੇ ਵੱਡੀ ਤੋਂ ਵੱਡੀ ਸੇਵਾ ਇਹ ਕਰਨੀ ਚਾਹੀਦੀ ਹੈ। ਗੁਰੂ ਦੇ ਨਾਲ ਜੁੜਨਾ ਇਹ ਵੀ ਇੱਕ ਸੇਵਾ ਹੈ। ਇਹ ਸੇਵਾ ਸਾਨੂੰ ਕਿਸ ਨੇ ਸਿਖਾਈ ਹੈ? ਬਾਬਾ ਮੱਖਣ ਸ਼ਾਹ ਨੇ ਸਿਖਾਈ ਹੈ ਵੀ ਭਰੋਸਾ ਗੁਰੂ ਨਾਨਕ ਤੇ ਰੱਖਣਾ, ਹੋਰ ਕਿਧਰੇ ਨਹੀਂ ਜਾਣਾ, ਇੱਧਰ ਉੱਧਰ ਹੋਰ ਕਿਧਰੇ ਨਹੀਂ। ਵੀ ਹੈ ਵੀ ਇੱਥੇ ਵੀ ਆ ਕੇ ਅਰਦਾਸ ਕਰ ਦਿੱਤੀ ਵੀ ਇੰਨਾ ਚਿਰ ਆਹ ਪਾਠ ਕਰਾਂਗੇ, ਮਹਾਰਾਜ ਜੀ ਕਾਰਜ ਸਵਾਰ ਦਿਓ, ਦੇਗਾਂ ਕਰਾਵਾਂਗੇ, ਉਹ ਕਰਾਂਗੇ, ਰੁਮਾਲੇ ਚੜਾਂਗੇ, ਤੇ ਫਿਰ ਦੂਸਰੀ ਜਗ੍ਹਾ ਵੀ, ਤੀਸਰੀ ਜਗ੍ਹਾ ਵੀ, ਚੌਥੀ ਜਗ੍ਹਾ ਵੀ, ਪੀਰਾਂ ਦੇ ਵੀ, ਮਾਤਾ ਦੇ ਵੀ, ਉੱਥੇ ਵੀ। ਅਸੀਂ ਕਿਸੇ ਨੂੰ ਕਦੀ ਮਾੜਾ ਨਹੀਂ ਕਹਿੰਦੇ, ਪਰ ਇੱਕ ਦੇ ਨਾਲ ਮਹਾਰਾਜ ਜੀ ਨੇ ਜੁੜਨ ਨੂੰ ਕਿਹਾ, ਮੇਰੇ ਮਨ ਏਕ ਸਿਉ ਚਿੱਤ ਲਾਏ। ਸਾਡਾ ਪੁੱਤਰ ਤਨਖਾਹ ਲਿਆਵੇ, 5000 ਤਨਖਾਹ ਲਿਆਵੇ, ਸਪੋਜ਼ 1000 ਦੇ ਦੇਵੇ ਆਪਣੀ ਮਾਂ ਨੂੰ, 1000 ਦੇਵੇ ਤਾਈ ਨੂੰ, 1000 ਦੇਵੇ ਚਾਚੀ ਨੂੰ, ਮਾਸੀ ਨੂੰ, ਮਾਮੀ ਨੂੰ, ਤੇ ਮਾਂ ਕੀ ਕਹੇਗੀ? ਜੰਮਿਆ ਤੈਨੂੰ ਮੈਂ, ਪਾਲਿਆ ਤੈਨੂੰ ਮੈਂ, ਪੜ੍ਹਾਇਆ ਤੈਨੂੰ ਮੈਂ, ਰੱਖਿਆ ਤੇਰੀ ਮੈਂ ਕੀਤੀ, ਸਭ ਕੁਝ ਨਾਮ ਤੈਨੂੰ ਮੈਂ ਦਿੱਤਾ, ਤੇ ਕਮਾਈ ਤੈਨੂੰ ਸ਼ਰਮ ਨਹੀਂ ਆਉਂਦੀ, ਗੁਸਤਾਖੀ ਮਾਫ ਹੋ ਕਹੇਗੀ। ਕਹਿੰਦੀ ਉਦੋਂ ਹੱਕ ਹੈ, ਪਿਓ ਨੂੰ ਵੀ ਹੱਕ ਹੈ ਕਹਿਣ ਦਾ। ਤੇ ਗੁਰੂ ਨਾਨਕ ਦੇ ਘਰ ਤੋਂ ਸਾਨੂੰ ਸਭ ਕੁਝ ਮਿਲਿਆ, ਸਰੀਰ, ਸੰਸਕਾਰ, ਸਾਨੂੰ ਗਿਆਨ, ਸਾਨੂੰ ਪਹਿਚਾਨ, ਸਾਨੂੰ ਨਾਮ, ਸਾਨੂੰ ਵਡਿਆਈ ਗੁਰੂ ਨਾਨਕ ਦੇ ਘਰ ਤੋਂ ਮਿਲੀ ਹੈ। ਤੇ ਸੇਵਾ ਵੀ ਸਾਨੂੰ ਗੁਰੂ ਨਾਨਕ ਦੇ ਘਰ ਦੀ ਸੰਗਤਾਂ ਦੀ ਕਰਨੀ ਚਾਹੀਦੀ ਹੈ, ਰੱਜ ਕੇ ਕਰਨੀ ਚਾਹੀਦੀ ਹੈ। ਕਦੀ ਵੀ ਸੇਵਾ ਕਰਨ ਦੇ ਨਾਲ ਘਾਟ ਨਹੀਂ ਆਉਂਦੀ। ਸੋ ਨਕਲੀ ਦੀ ਪਹਿਚਾਨ ਕਿਹਨੇ ਕੀਤੀ ਸੀ? ਬਾਬਾ ਮੱਖਣ ਸ਼ਾਹ ਨੇ। ਅੱਜ ਵੀ ਨਕਲੀ ਨੇ, ਉਹਨਾਂ ਦੀ ਪਹਿਚਾਨ ਅਸੀਂ ਕਰਕੇ ਸੱਚੇ ਗੁਰੂ ਦੇ ਨਾਲ ਜੁੜਨਾ, ਔਰ ਆਪਣੀ ਕਿਰਤ ਕਮਾਈ ਦੇ ਵਿੱਚੋਂ ਜ਼ਰੂਰ ਸੇਵਾ ਦੇ ਵਿੱਚ ਆਪਣਾ ਦਸਵੰਧ ਜਿਹੜਾ ਹੈ ਉਸ ਮੈਨੂੰ ਤੁਹਾਨੂੰ ਸਾਰਿਆਂ ਨੂੰ ਕੱਢਣਾ ਚਾਹੀਦਾ। ਔਰ ਕੌਮ ਜਿਹੜੀ ਹੈ ਉਹ ਗੁਰਸਿੱਖ ਰਹੇ, ਅਸੀਂ ਗੁਰਸਿੱਖੀ ਵੱਲ ਵਧੀਏ, ਅਸੀਂ ਗੁਰਮਤ ਵੱਲ ਵਧੀਏ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵੱਲ ਵਧੀਏ। ਇਹ ਸਾਨੂੰ ਬਾਬਾ ਮੱਖਣ ਸ਼ਾਹ ਨੇ ਸਿਖਾਇਆ। ਉਸ ਨੇ ਆਪਣੇ ਪੁੱਤਰਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫੌਜ ਦੇ ਵਿੱਚ ਘੱਲਿਆ। ਸਾਨੂੰ ਵੀ ਆਪਣੀ ਔਲਾਦ ਨੂੰ, ਬੱਚਿਆਂ ਨੂੰ ਗੁਰੂ ਦੀ ਸਿਫਤ ਸੁਣਾ ਕੇ ਗੁਰੂ ਦੇ ਨਾਲ ਜੋੜਨਾ ਚਾਹੀਦਾ ਹੈ, ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਔਰ ਗੁਰੂ ਮਹਾਰਾਜ ਜੀ ਸਾਨੂੰ ਫਿਰ ਬਹੁਤ ਵੱਡੀ ਬਖਸ਼ਿਸ਼ ਦਿੰਦੇ ਹਨ। ਸੋ ਇੱਥੇ ਇੱਕ ਨਾਮ ਜ਼ਰੂਰ ਲੈਂਦੇ ਹਾਂ ਅਸੀਂ, ਬਾਬਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਜਿਨ੍ਹਾਂ ਨੇ ਬਾਬਾ ਬਕਾਲਾ ਸਾਹਿਬ ਵਿਖੇ ਬਾਬਾ ਮੱਖਣ ਸ਼ਾਹ ਲੁਬਾਣੀ ਜੀ ਦੀ ਯਾਦ ਦੇ ਵਿੱਚ ਬੁੰਗੇ ਦੀ ਸੇਵਾ ਆਪ ਆਪਣੇ ਹੱਥੀਂ ਕੀਤੀ ਤੇ ਕਰਵਾਈ। ਧਿਆਨ ਦੇਣਾ, ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਉਹਨਾਂ ਵੱਲੋਂ ਔਰ ਸੰਗਤਾਂ ਦੇ ਨਾਲ ਆਪ ਇਕੱਠਿਆਂ ਨੇ ਉੱਥੇ ਜਾ ਕੇ ਸਾਰੀ ਸੰਗਤ ਨੇ ਬਾਬਾ ਮੱਖਣ ਸ਼ਾਹ ਜੀ ਦੀ ਯਾਦਗਾਰ ਜਿਹੜੀ ਹੈ ਉੱਥੇ ਜਿਹੜੀ ਹੈ ਉਹ ਬਣਵਾਈ, ਆਪ ਸੇਵਾ ਕਰਵਾਈ। ਸੋ ਇਸ ਕਰਕੇ ਬਹੁਤ ਵੱਡੀ ਸ਼ਖਸੀਅਤ, ਬਹੁਤ ਪਿਆਰੇ ਗੁਰੂ ਦੇ ਸਿੱਖ ਬਾਬਾ ਮੱਖਣ ਸ਼ਾਹ ਜੀ ਸਨ। ਸੋ ਉਹਨਾਂ ਦੇ ਇਸ ਪਾਵਨ ਪਵਿੱਤਰ ਗੁਰੂ ਲਾਧੋਰੇ ਦਿਵਸ ਤੋਂ ਸਾਨੂੰ ਬਹੁਤ ਸਿੱਖਿਆ ਲੈਣੀ ਚਾਹੀਦੀ ਹੈ। ਅੱਜ ਦੇ ਦਿਨ ਦੀਆਂ ਸਭ ਸੰਗਤਾਂ ਨੂੰ ਦੇਸ਼ ਪ੍ਰਦੇਸ਼ ਜੋ ਸਰਵਣ ਕਰ ਰਹੇ ਨੇ, ਲੱਖ ਲੱਖ ਵਧਾਈਆਂ ਹੋਣ। ਗੁਰੂ ਮਿਹਰ ਕਰੇ ਸਭਨਾਂ ਨੂੰ, ਮਹਾਰਾਜ ਜੀ ਗੁਰਮਤਿ ਗੁਰਸਿੱਖੀ ਬਖਸ਼ੇ, ਸਭਨਾਂ ਦੇ ਬੱਚਿਆਂ ਨੂੰ ਵਿਦਿਆ ਗੁਰਸਿੱਖੀ ਬਖਸ਼ੇ, ਸਭਨਾਂ ਨੂੰ ਨਿਤਨੇਮ ਪ੍ਰੇਮ ਔਰ ਗਰੀਬ ਦੀ ਹੈਲਪ, ਕਿਸੇ ਦੇ ਕੰਮ ਆ ਜਾਣਾ, ਇਹ ਬਖਸ਼ਿਸ਼ ਮਹਾਰਾਜ ਜੀ ਕਰੇ। ਤੁਹਾਡਾ ਸੁਣਿਆ ਪੜ੍ਹਿਆ ਪ੍ਰਵਾਨ ਹੋਵੇ। ਇਸੇ ਤਰ੍ਹਾਂ ਜ਼ਰੂਰ ਭਾਈ ਅੰਮ੍ਰਿਤ ਵੇਲੇ ਰੋਜ਼ਾਨਾ ਲੜੀਵਾਰ ਸ਼ਬਦ ਦੀ ਵਿਚਾਰ ਚੱਲਦੀ ਹੈ। ਜ਼ਰੂਰ ਦੇਸ਼ ਪ੍ਰਦੇਸ਼ ਸੰਗਤਾਂ ਜੁੜਦੀਆਂ ਹਨ, ਜੁੜਿਆ ਕਰੋ, ਗੁਰੂ ਦੀ ਖੁਸ਼ੀ ਪ੍ਰਾਪਤ ਕਰਿਆ ਕਰੋ। ਕਿਉਂਕਿ ਜੀਵਨ ਜਿਹੜਾ ਹੈ ਇਹ ਬਹੁਤ ਛੋਟਾ ਹੈ, ਪਤਾ ਨਹੀਂ ਕਦੋਂ ਸੱਦਾ ਆ ਜਾਣਾ। ਇਸ ਕਰਕੇ ਜਿੰਨਾ ਲੇਖੇ ਵਿੱਚ ਲੱਗਦਾ ਹੈ, ਜਿੰਨਾ ਸਫਲ ਹੁੰਦਾ ਹੈ ਉਹ ਕਰ ਲੈਣਾ ਚਾਹੀਦਾ ਹੈ। ਸੋ ਲੱਖ ਲੱਖ ਵਧਾਈਆਂ ਸਭ ਸੰਗਤ ਨੂੰ ਅੱਜ ਦੇ ਗੁਰੂ ਲਾਧੋਰੇ ਦਿਵਸ ਦੀਆਂ। ਭੁੱਲਾਂ ਚੁੱਕਾਂ ਦੀ ਖਿਮਾ ਇੰਨੀ ਸੇਵਾ ਪ੍ਰਵਾਨ ਕਰੋ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।